रूप विच आप जियां ने लाहा प्राप्त कीता है। लड़ीवार गुरबाणी शब्द विचार भगत कबीर साहब जी दे पावन सलोक भाई साहब जी पासों आप जियां ने सरवण कीते। अज दे अमृतमई बचनां दी विचार नाल सांझ पाउण वास्ते जो समां प्राप्त हो रहा है, सतगुरु पातशाह जी दे चरनां दे विच एक मन एक चित हो के निमाणे जे हो के जुड़न दा यतन करिए। कबीर साहब जी जो अपने अमृतमई बचनां राहीं सानू मनुखी जीवां नू दुनियावी जीवां नू समझाउणा चाहुंदे ने, बड़े ही प्यार सत्कार दे नाल समझण दा यतन करिए जी। वाहिगुरु साहिब जी। सलोक भगत कबीर जियो के एक ओंकार सत गुर प्रसाद। ऊच पवन कन कामनी शिखर तजा फहराए। ताते पली मधुकरी संत संग गुण गाए। आप जी रोजाना इस अस्थान तो भगत कबीर साहब जी दे पावन सलोकां दी विचार नाल जुड़दे आ रहे हो। गुरु ग्रंथ साहिब महाराज जी दी पावन हजूरी विच गुरु चरनां विच जुड़ के और इस मीडिया दे राहीं घरां दे विच सुरत दे नाल जुड़ के तुसी रोजाना ही अमृतमई बाणी दा लाहा प्राप्त कर रहे हो। अज दे ये पावन सलोक जो आप जी ने सरवण कीते ने, गुरु ग्रंथ साहिब महाराज जी दी पवित्र बाणी पावन अंग 1372 दे उपर सुभाएमान हन। कबीर साहब जी पावन सलोक दे राहीं सानू समझाउंदे ने कि दुनिया दे अंदर भावें उच्चे उच्चे साडे भवन रहन वाले घर जिहड़े ने उच्चे उच्चे बन जाण और साडे उस घर दे उत्ते बड़े झंडे झूलदे होण, निशान झूलदे होण और साडे उस घर दे विच जो सोना जिन्हों असी गोल्ड कहने हाँ बेशुमार होवे और सुंदर इस्त्री दे रूप विच नारी होवे, भाव ऐसा जीवन दे विच घर दा माहौल बनिया होवे, पर जे परमेश्वर दा नाम नहीं, घर दा मोह जो धन पदार्थ इकट्ठा कीता उहदा मोह, सुंदर नारी दा मोह और उपर जो ये निशान झूलते ने इहदा मोह इन्ना ज़्यादा अंदर बन गया कि परमेश्वर परमात्मा दा नाम भुल गया। जे उत्थे परमेश्वर दा नाम चित चेते नहीं आउंदा तां उस दे घर दा जिहड़ा अन्न है वो अन्न भी जिहड़ा है वो जहर दे समान है। क्योंकि आम आपां विचार सुनते हैं कि जैसा अन्न वैसा मन, जैसा अन्न होएगा मन की भावना भी वैसी बन जाती है। उत्थे फिर जिक्र किया कबीर साहब जी ने, कहते जिहड़े मंग मंग के इकट्ठा करके जो अन्न इकट्ठा करके लियाउंदे ने, मंग मंग के थां थां तो
ਉਹਨੂੰ ਇੱਕ ਥਾਂ ਇਕੱਠਾ ਕਰਕੇ ਛਕਦੇ ਨੇ। ਤੇ ਇੱਕ ਉੱਚੇ ਮਹਿਲ ਦੇ ਅੰਦਰ ਜਿਹੜਾ ਅੰਨ ਪੱਕਿਆ ਹੈ ਉਹਦੇ ਨਾਲੋਂ 100 ਗੁਣਾ ਅੰਨ ਉਹ ਚੰਗਾ ਹੈ ਜਿਹੜਾ ਮੰਗ ਮੰਗ ਕੇ ਇਕੱਠਾ ਕੀਤਾ ਹੈ। ਇਹ ਤਾਂ ਸਮਝਾਉਣ ਵਾਸਤੇ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਘਰ ਘਰ ਦੇ ਵਿੱਚ ਮੰਗਣ ਵਾਸਤੇ ਤੁਰ ਜਾਣਾ। ਇਹਦਾ ਮਤਲਬ ਹੈ ਕਿ ਜੇ ਉੱਚੇ ਭਵਨ ਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਨਹੀਂ, ਬੰਦਗੀ ਨਹੀਂ, ਜੇ ਉਹ ਬੰਦਗੀ ਤੋਂ ਨਾਮ ਸਿਮਰਨ ਤੋਂ ਵਾਂਝਾ ਹੈ ਉੱਚਾ ਭਵਨ, ਜਿਹਦੇ ਵਿੱਚ ਮੋਹ ਹੈ, ਵਿਕਾਰ ਨੇ, ਪਰ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਨਹੀਂ, ਨਿਤਨੇਮ ਨਹੀਂ, ਤਾਂ ਉਹਦੇ ਨਾਲੋਂ ਉਹ ਕਈ ਗੁਣਾ ਚੰਗਾ ਹੈ ਜਿਹੜਾ ਮੰਗ ਮੰਗ ਕੇ ਖਾਂਦਾ ਹੈ। ਕਮ ਸੇ ਕਮ ਸਤ ਸੰਗ ਕਰਕੇ ਹਰੀ ਦੇ ਗੁਣ ਤਾਂ ਗਾਉਂਦਾ ਹੈ। ਉਹ ਸਤ ਸੰਗ ਕਰਕੇ ਪਰਮੇਸ਼ਵਰ ਦੇ ਗੁਣ ਤਾਂ ਜਿਹੜੇ ਆ ਉਹ ਗਾਉਂਦਾ ਹੈ। ਉੱਚੇ ਭਵਨ ਨੂੰ ਕੀ ਕਰਨਾ ਜਿੱਥੇ ਪਰਮੇਸ਼ਵਰ ਦੇ ਗੁਣ ਹੀ ਨਾ ਗਾਏ ਜਾਣ, ਜਿੱਥੇ ਉਹਦੀ ਬੰਦਗੀ ਨਾ ਹੋਵੇ, ਉੱਥੇ ਨਾਮ ਦਾ ਸਿਮਰਨ ਨਾ ਹੋਵੇ, ਸਤ ਸੰਗਤ ਨਾ ਹੋਵੇ, ਤਾਂ ਕਬੀਰ ਜੀ ਕਹਿੰਦੇ ਫਿਰ ਉੱਚੇ ਭਵਨ ਕੀ ਕਰਨੇ। ਅੱਜ ਦੇ ਪਾਵਨ ਸ਼ਲੋਕ ਵਿੱਚ ਕਬੀਰ ਜੀ ਨੇ ਇਹੀ ਸਮਝਾਇਆ। ਊਚ ਭਵਨ ਕਨਕ ਕਾਮਨੀ। ਊਚ ਭਵਨ ਦਾ ਅਰਥ ਉੱਚੇ ਮਹਿਲ, ਉੱਚਾ ਘਰ, ਜਿਹਨੂੰ ਕਬੀਰ ਜੀ ਨੇ ਕਿਹਾ ਸੀ ਕਿ ਤੂੰ ਆਪਣਾ ਉੱਚਾ ਭਵਨ ਘਰ ਵੇਖ ਕੇ ਹੰਕਾਰ ਨਾ ਕਰ ਬੈਠੀ, ਕਿਉਂਕਿ ਉਸ ਹੰਕਾਰ ਨੇ ਤੈਨੂੰ ਨਿਰੰਕਾਰ ਵਿਸਾਰ ਦੇਣਾ, ਨਿਰੰਕਾਰ ਭੁੱਲ ਜਾਏਗਾ। ਤੇ ਜੇ ਨਿਰੰਕਾਰ ਭੁੱਲ ਗਿਆ ਤੇ ਤੇਰਾ ਇਹ ਉੱਚਾ ਭਵਨ ਵੀ ਜਿਹੜਾ ਇੱਕ ਖੰਡਰ ਬਣ ਜਾਏਗਾ। ਇਸ ਲਈ ਕਹਿ ਰਹੇ ਨੇ ਕਿ ਉੱਚ ਭਵਨ। ਤੇ ਦੂਜੇ ਪਾਸੇ ਕਿਉਂਕਿ ਕਬੀਰ ਜੀ ਦੇ ਸ਼ਲੋਕਾਂ ਦੀ ਜਿਹੜੀ ਵਿਚਾਰ ਹੈ ਨਾ, ਉਹ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚੋਂ ਹੀ ਸਾਨੂੰ ਮਿਲ ਜਾਏਗੀ। ਇੱਕ ਇੱਕ ਸ਼ਲੋਕ ਦੀ ਵਿਚਾਰ ਦੂਸਰੇ ਸ਼ਲੋਕ ਵਿੱਚੋਂ ਸਾਨੂੰ ਮਿਲ ਜਾਏਗੀ। ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਕਿ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ। ਜਿਸ ਥਾਂ ਤੇ ਤੂੰ ਆਵਾਸ ਰਹਿੰਦਾ ਹੈ, ਤੇਰਾ ਨਿਵਾਸ ਅਸਥਾਨ ਹੈ, ਉਹ ਜੇ ਉੱਚਾ ਹੈ, ਸਾਰਿਆਂ ਨਾਲੋਂ ਆਸ-ਪਾਸ ਨਾਲੋਂ ਉੱਚਾ ਹੈ, ਤਾਂ ਆਪਣੇ ਉਸ ਉੱਚੇ ਆਵਾਸ ਨੂੰ ਵੇਖ ਕੇ ਗਰਬ ਨਾ ਕਰ ਬੈਠੀ। ਜ਼ਿੰਦਗੀ ਦੀ ਖੇਡ ਜਿਹੜੀ ਹੈ ਉਹ ਐਸੀ ਹੈ ਕਿ ਅੱਜ ਤਾਂ ਤੂੰ ਉੱਚੀਆਂ ਉਡਾਰੀਆਂ ਮਾਰ ਰਿਹਾ ਹੈ, ਪਰ ਪਲ ਭਰ ਦੇ ਵਿੱਚ ਪਤਾ ਨਹੀਂ ਕੀ ਖੇਡ ਵਰਤਣੀ। ਜਿਸ ਜ਼ਮੀਨ ਤੇ ਉੱਚੇ ਭਵਨ ਬਣਾ ਕੇ, ਉੱਚੇ ਮਹਿਲ, ਉੱਚੇ ਘਰ ਬਣਾ ਕੇ ਤੂੰ ਰਹਿ ਰਿਹਾ ਨਾ, ਅਖੀਰ ਨੂੰ ਆਉਣਾ ਉਸ ਜ਼ਮੀਨ ਤੇ ਹੀ ਤੈਨੂੰ ਪੈਣਾ ਹੈ। ਜਿੰਨੇ ਵੀ ਬਿਲਡਿੰਗਾਂ ਉੱਚੀਆਂ ਉੱਚੀਆਂ ਬਣੀਆਂ ਨੇ, ਕਿ ਇਹ ਹਵਾ ਵਿੱਚ ਬਣੀਆਂ ਨੇ? ਜਿੰਨੀਆਂ ਵੀ ਉੱਚੀਆਂ ਉੱਚੀਆਂ ਬਿਲਡਿੰਗਾਂ ਬਣੀਆਂ ਨੇ, ਇਹ ਸਭ ਜ਼ਮੀਨ ਤੋਂ ਹੀ ਬਣੀਆਂ ਨੇ। ਇਹਨਾਂ ਦੀਆਂ ਨੀਹਾਂ ਜਿਹੜੀਆਂ ਭਰੀਆਂ ਗਈਆਂ, ਉਹ ਜ਼ਮੀਨ ਦੇ ਵਿੱਚ ਹੀ ਭਰੀਆਂ ਗਈਆਂ। ਜਿੰਨੀ ਜ਼ਮੀਨ ਦੇ ਵਿੱਚ ਨੀਂਹ ਆਪਾਂ ਜ਼ਿਆਦਾ ਜਿਹੜਾ ਉਹ ਡੂੰਗੀ ਭਰਾਂਗੇ, ਮਜ਼ਬੂਤੀ ਨਾਲ ਭਰਾਂਗੇ, ਉਨੀ ਬਿਲਡਿੰਗ ਜ਼ਿਆਦਾ ਉੱਚੀ ਜਾਂਦੀ ਹੈ। ਤੇ ਜੇ ਅਸੀਂ ਜ਼ਮੀਨ ਦੇ ਵਿੱਚ ਨੀਹਾਂ ਨਹੀਂ ਭਰਾਂਗੇ ਤਾਂ ਤੁਸੀਂ ਆਪਣੀ ਬਿਲਡਿੰਗ ਨੂੰ ਉੱਚਾ ਨਹੀਂ ਲਿਜਾ ਸਕਦੇ। ਜੇ ਨੀਹਾਂ ਤੋਂ ਬਗੈਰ ਲੈ ਕੇ ਜਾਓਗੇ ਤੇ ਉਹ ਡੋਲ ਜਾਏਗੀ, ਡਗਮਗਾ ਜਾਏਗੀ, ਡਿੱਗ ਜਾਏਗੀ। ਅਸਲ ਵਿੱਚ ਉੱਚੀ ਬਿਲਡਿੰਗ ਕਿਹਦੇ ਸਹਾਰੇ ਖੜੀ ਹੈ? ਜ਼ਮੀਨ ਦੇ। ਕਿਵੇਂ ਖੜੀ ਹੈ? ਕਿਉਂਕਿ ਜ਼ਮੀਨ ਦੇ ਵਿੱਚ ਨੀਹਾਂ ਭਰੀਆਂ ਨੇ। ਇਸ ਲਈ ਕਹਿ ਰਹੇ ਨੇ ਕਿ ਤੂੰ ਜਿਹੜੀਆਂ ਜ਼ਮੀਨ ਦੇ ਨਾਲ ਜਿਹਦੀ ਅਟੈਚਮੈਂਟ ਹੈ, ਜਿਹੜੀ ਇਹ ਜ਼ਮੀਨ ਨਾਲ ਬਿਲਡਿੰਗ ਜੁੜੀ ਹੋਈ ਹੈ, ਉੱਚਾ ਭਵਨ ਤੇਰਾ ਜੁੜਿਆ ਹੋਇਆ ਹੈ, ਧਿਆਨ ਰੱਖੀ ਇਹ ਜ਼ਮੀਨ ਨਾਲ ਜੁੜਿਆ ਹੈ। ਤੂੰ ਜਿੰਨਾ ਮਰਜ਼ੀ ਉੱਚਾ ਚਲਾ ਜਾ, 10 ਮੰਜ਼ਲਾਂ ਚਲਾ ਜਾ, 50 ਮੰਜ਼ਲਾਂ ਤੇ ਚਲਾ ਜਾ, 100 ਮੰਜ਼ਲਾਂ ਤੇ ਵੀ ਚਲਾ ਜਾ, ਪਰ ਚੱਲਣਾ ਤੈਨੂੰ ਜ਼ਮੀਨ ਤੋਂ ਪੈਣਾ ਤੇ ਆਉਣਾ ਵੀ ਤੈਨੂੰ ਜ਼ਮੀਨ ਤੇ ਪੈਣਾ। ਪਰ ਜਦੋਂ ਬੰਦਾ 100 ਮੰਜ਼ਲ ਤੇ ਪਹੁੰਚ ਜਾਂਦਾ ਹੈ ਤੇ ਹੰਕਾਰ ਆ ਜਾਂਦਾ ਵੀ ਮੈਂ ਤੇ ਇੰਨਾ ਉੱਚਾ ਆ ਗਿਆ।
ਮੈਂ ਇੰਨਾ ਉੱਚਾ, ਬਸ ਉਹ ਮੈਂ ਅੰਦਰ ਆ ਜਾਂਦੀ ਹੈ ਤੇ ਉਹ ਭੁੱਲ ਜਾਂਦਾ ਹੈ ਕਿ ਮੈਂ ਚੱਲਿਆ ਕਿੱਥੋਂ ਸੀ ਤੇ ਆਉਣਾ ਕਿੱਥੇ ਹੈ। ਬਸ ਇਹ ਹੰਕਾਰ ਨੇ ਸਾਨੂੰ ਇਹੀ ਭੁਲਾ ਦਿੱਤਾ, ਅਸੀਂ ਆਏ ਕਿੱਥੋਂ ਆ, ਅਸੀਂ ਜਾਣਾ ਕਿੱਥੇ ਹੈ। ਸਾਡਾ ਅਧਿਆਤਮਕ ਤਲ ਕਿਹਦੇ ਨਾਲ ਜੁੜਿਆ ਹੈ, ਆਤਮਿਕ ਜੋਤ ਕਿਹਦੇ ਨਾਲ ਜੁੜੀ ਹੋਈ, ਇਹ ਕਿਹਦੀ ਅੰਸ਼ ਕਿਹਦੀ ਵੰਸ਼ ਹੈ, ਅਸੀਂ ਭੁੱਲ ਗਏ। ਇਸ ਦੁਨੀਆ ਦੇ ਅੰਦਰ ਮਨੁੱਖਾ ਜਾਮਾ ਲੈ ਕੇ ਅਸੀਂ ਕਿਹਦੇ ਲਈ ਕਾਹਦੇ ਲਈ ਆਏ ਸੀ ਤੇ ਕੀ ਅਸੀਂ ਕਰਦੇ ਪਏ ਹਾਂ, ਅਸੀਂ ਭੁੱਲ ਗਏ। ਗੁਰਬਾਣੀ ਦਾ ਆਸਰਾ ਕਿਉਂ ਲੈਣਾ, ਅਸੀਂ ਗੁਰਬਾਣੀ ਨਾਲ ਕਿਉਂ ਜੁੜਨਾ, ਕਿਉਂਕਿ ਗੁਰਬਾਣੀ ਸਾਨੂੰ ਭੁੱਲੇ ਨੂੰ ਸਮਝਾਉਂਦੀ ਹੈ। ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ, ਸਾਵਧਾਨ ਕਰਦੀ ਹੈ ਕਿ ਜਿਸ ਕੰਮ ਲਈ ਤੂੰ ਆਇਆ ਉਹ ਸਮਾਂ ਥੋੜਾ ਰਹਿ ਗਿਆ ਤੇ ਹਜੇ ਤੱਕ ਤੈਨੂੰ ਪਤਾ ਹੀ ਨਹੀਂ ਤੂੰ ਮੈਂ ਆਇਆ ਕਾਹਦੇ ਵਾਸਤੇ ਆ, ਮੈਂ ਕਰਨਾ ਕੀ ਹੈ। ਇਹ ਆਤਮਿਕ ਜੋਤ ਜਿਹੜੀ ਸਾਡੀ ਹੈ ਇਹ ਪਰਮੇਸ਼ਵਰ ਪਰਮਾਤਮਾ ਦੀ ਅੰਸ਼ ਹੈ। ਇਹਨੇ ਪਰਮਾਤਮਾ ਦੇ ਵਿੱਚ ਜਾ ਕੇ ਮਲੀਨ ਹੋਣਾ, ਸਮਾ ਜਾਣਾ ਹੈ, ਪਰ ਇਹ ਭੁੱਲ ਗਿਆ। ਕੌਣ ਭੁੱਲਿਆ? ਮਨ ਨੇ ਸੰਸਾਰ ਨਾਲ ਸਾਂਝ ਪਾ ਲਈ, ਇਹ ਨਿਰੰਕਾਰ ਨੂੰ ਭੁੱਲ ਗਿਆ, ਜਿਹਦੇ ਕਰਕੇ ਇਹ ਵੀ ਭੁੱਲ ਗਿਆ ਵੀ ਮੈਂ ਆਇਆ ਕਾਹਦੇ ਲਈ ਆ, ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਹੈ। ਤੇ ਸਾਹਿਬ ਜੀ ਨੂੰ ਫਿਰ ਬਾਣੀ ਵਿੱਚ ਕਹਿਣਾ ਪਿਆ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਇਆ RAM ਰਾਜੇ। ਉਹ ਕਾਹਦੇ ਲਈ ਆਇਆ? ਜਿਹਨੇ ਨਾਮ ਨੂੰ ਹੀ ਚੇਤੇ ਨਾ ਕੀਤਾ, ਜਿਹੜਾ ਆਪਣਾ ਹੀ ਨਾਮ ਸੰਸਾਰ ਵਿੱਚ ਚਮਕਾਉਂਦਾ ਰਿਹਾ, ਆਪਣਾ ਹੀ ਨਾਮ ਰੋਸ਼ਨ ਕਰਦਾ ਰਿਹਾ, ਆਪਣੇ ਨਾਮ ਤੇ ਹੀ ਮਾਣ ਹੰਕਾਰ ਕਰਦਾ ਰਿਹਾ, ਪਰਮੇਸ਼ਵਰ ਦੇ ਨਾਮ ਨਾਲ ਜੁੜਿਆ ਹੀ ਨਹੀਂ। ਉਹ ਆਇਆ ਕਾਹਦੇ ਲਈ ਹੈ ਜਗਤ ਵਿੱਚ? ਉਹਦਾ ਦੁਨੀਆ ਵਿੱਚ ਆਉਣਾ ਬੇਕਾਰ ਹੈ, ਤ੍ਰਿਗ ਹੈ ਉਹਦਾ ਜੀਵਣਾ, ਜੇ ਉਹਨੂੰ ਇਹ ਹੀ ਨਹੀਂ ਪਤਾ ਮੈਂ ਕਾਹਦੇ ਲਈ ਜੀ ਰਿਹਾ ਹਾਂ। ਬਸ ਆਪਣੇ ਉੱਚੇ ਭਵਨ ਦਾ ਮਾਣ ਹੰਕਾਰ ਅੰਦਰ ਕਰਕੇ ਬੈਠਾ ਹੈ। ਕਬੀਰ ਜੀ ਕਹਿੰਦੇ ਧਿਆਨ ਰੱਖੀ, ਕਬੀਰ ਗਰਬ ਨਾ ਕੀਜੀਏ ਉੱਚਾ, ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉਪਰ ਜਾਮੈ ਘਾਸ। ਅੱਜ ਨਹੀਂ ਤਾਂ ਕੱਲ ਜ਼ਮੀਨ ਦੇ ਵਿੱਚ ਹੀ ਤੈਨੂੰ ਲਿਟਾਇਆ ਜਾਣਾ। ਜਿਸ ਜ਼ਮੀਨ ਨਾਲੋਂ ਤੂੰ ਸਾਂਝ ਤੋੜ ਕੇ ਉੱਚੇ ਭਵਨ ਤੇ ਹੰਕਾਰ ਕਰਕੇ ਬੈਠਾ ਨਾ, ਉਹ ਵੀ ਇਸ ਜ਼ਮੀਨ ਦੇ ਨਾਲ ਹੀ ਜੁੜਿਆ ਹੈ। ਤੂੰ ਇਹਦੇ ਨਾਲੋਂ ਆਪਣੀ ਸਾਂਝ, ਆਪਣੇ ਮੂਲ ਨਾਲੋਂ ਸਾਂਝ ਨਹੀਂ ਤੋੜਨੀ ਚਾਹੀਦੀ। ਜੇ ਆਪਣੇ ਮੂਲ ਨਾਲੋਂ ਸਾਂਝ ਟੁੱਟ ਗਈ ਫਿਰ ਅਸੀਂ ਕਾਹਦੇ ਜੋਗੇ ਹਾਂ? ਤੇ ਸਾਡੀ ਮੂਲ ਨਾਲੋਂ ਹੀ ਤਾਂ ਸਾਂਝ ਟੁੱਟ ਗਈ। ਔਰ ਟੁੱਟੀ ਕਦੋਂ ਸੀ? ਜਨਮ ਲੈਂਦੇ ਆ ਸਾਰੀ। ਦੁਖਾਂਤ ਸਾਡਾ ਇਹ ਹੈ ਕਿ ਜਨਮ ਲੈਂਦਿਆਂ ਸਾਰੀ ਸਾਂਝ ਟੁੱਟ ਗਈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਐਸਾ ਸੰਸਾਰ ਰੂਪੀ ਮਾਇਆ ਨੇ ਆਪਣਾ ਜ਼ੋਰ ਪਾ ਦਿੱਤਾ ਕਿ ਲਿਵ ਛੁੜਕ ਗਈ, ਮੂਲ ਨਾਲੋਂ ਟੁੱਟ ਗਏ ਅਸੀਂ। ਜਦੋਂ ਅਸੀਂ ਮੂਲ ਨਾਲੋਂ ਟੁੱਟ, ਹੁਣ ਫੁੱਲ ਖਿੜਿਆ ਹੋਇਆ, ਕਿਉਂ ਖਿੜਿਆ? ਕਿਉਂਕਿ ਉਹ ਡਾਲੀ ਨਾਲ ਜੁੜਿਆ। ਡਾਲੀ ਕਿਹਦੇ ਨਾਲ ਹੈ? ਬੂਟੇ ਨਾਲ ਜੁੜੀ ਹੋਈ, ਜੜ ਨਾਲ ਜੁੜੀ ਹੋਈ। ਤੇ ਜੇ ਉਹ ਫੁੱਲ ਡਾਲੀ ਨਾਲੋਂ ਟੁੱਟ ਜਾਏ ਤੇ ਉਹ ਮੁਰਝਾ ਜਾਂਦਾ ਹੈ। ਉਹਦਾ ਖੇੜਾ, ਉਹਦੀਆਂ ਖੁਸ਼ੀਆਂ ਕਿੱਦਾਂ ਸੀ? ਉਹਦੀ ਖੁਸ਼ਬੂ, ਉਹਦੀ ਸੁੰਦਰਤਾ ਉਸ ਡਾਲੀ ਦੇ ਨਾਲ ਜੁੜੀ ਸੀ ਜਿਹੜੀ ਜੜ ਤੱਕ ਪਹੁੰਚਦੀ ਹੈ। ਸਾਡੀਆਂ ਖੁਸ਼ੀਆਂ, ਸਾਡੀ ਹਰਿਆਵਲੀ, ਸਾਡੇ ਜੀਵਨ ਦੀਆਂ ਰੌਣਕਾਂ ਖੁਸ਼ੀਆਂ ਕਿਹਦੇ ਨਾਲ ਸੀ? ਸਾਡਾ ਮੂਲ ਪਰਮੇਸ਼ਵਰ ਦੇ ਨਾਮ ਨਾਲ। ਤੇ ਅਸੀਂ ਪਰਮੇਸ਼ਵਰ ਦਾ ਨਾਮ ਹੀ ਭੁੱਲ ਗਏ, ਅਸੀਂ ਆਪਣਾ ਮੂਲ ਹੀ ਭੁਲਾ ਦਿੱਤਾ, ਤੇ ਫਿਰ ਸਾਡੇ ਜੀਵਨ 'ਚ ਖੁਸ਼ੀਆਂ ਕਿੱਥੇ ਰਹਿਣੀਆਂ ਸੀ? ਸਾਡੇ ਜੀਵਨ ਵਿੱਚ ਹਰਿਆਵਲੀ ਸਾਡੇ ਜੀਵਨ ਵਿੱਚ ਕਿੱਥੋਂ ਆਉਣੀ ਸੀ? ਅਸੀਂ ਜਿੱਥੇ ਖਿੜ ਰਹੇ ਸੀ ਉਹਦੇ ਨਾਲੋਂ ਹੀ ਸਾਡੀ ਸਾਂਝ ਟੁੱਟ ਗਈ, ਮੁਰਝਾ ਗਏ। ਦੁੱਖ ਸਾਡੇ ਜੀਵਨ ਵਿੱਚ ਆ ਕੇ ਦੁੱਖ ਲੱਗ ਗਏ, ਰੋਗ ਲੱਗ ਗਏ, ਕਲਾ ਕਲੇਸ਼ ਸਾਡੇ ਜੀਵਨ ਵਿੱਚ ਆ ਕੇ ਭਰ ਗਿਆ। ਉਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਮੂਲ ਨਾਲੋਂ ਆਪਣੀ ਸਾਂਝ ਤੋੜ ਲਈ। ਸਾਨੂੰ ਸੰਸਾਰ ਚੇਤੇ ਹੈ ਵੀ ਫਲਾਣੇ ਨਾਲ ਸਾਂਝ ਬਣਾਉਣੀ ਹੈ, ਫਲਾਣੇ ਨਾਲ ਬਣਾਉਣੀ ਹੈ, ਫਲਾਣੇ ਨਾਲ ਸਾਡਾ ਲਿੰਕ ਬਣ ਜਾਏ, ਪਰ ਸਾਡਾ ਜਿਹਦੇ ਨਾਲ ਮੇਨ ਕਰਕੇ ਸਾਂਝ ਪੈਣੀ ਸੀ ਉਹ ਭੁੱਲ ਹੀ ਗਏ ਅਸੀਂ। ਗੁਰਬਾਣੀ ਸਾਨੂੰ ਇਹੀ ਚੇਤੇ ਕਰਾਉਂਦੀ ਹੈ
ਕਿ ਤੂੰ ਆਪਣੇ ਮੂਲ ਨੂੰ ਪਛਾਣ। ਭੁੱਲਿਆ ਕੌਣ ਹੈ? ਮਨ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਆਪਣਾ ਮੂਲ ਭੁੱਲ ਗਏ ਤੇ ਭੁਲਾਇਆ ਕਿਨੇ ਸੀ? ਹੰਕਾਰ ਨੇ। ਇਸ ਹੰਕਾਰ ਨੇ ਸਾਨੂੰ ਮੂਲ ਨਾਲੋਂ ਤੋੜ ਦਿੱਤਾ ਔਰ ਐਸਾ ਟੁੱਟੇ ਹਾਂ ਕਿ ਸਾਡੇ ਜੀਵਨ ਵਿੱਚ ਖੁਸ਼ੀਆਂ, ਹਰਿਆਵਲੀ ਸਭ ਕੁਝ ਚਲਾ ਗਿਆ। ਤੇ ਜਿਹਨੂੰ ਸਮਝ ਆਈ ਨਾ ਗੁਰਬਾਣੀ ਪੜ੍ਹ ਕੇ, ਉਹ ਤਾਂ ਹੱਥ ਜੋੜ ਕੇ ਇੱਕੋ ਹੀ ਬੇਨਤੀ ਕਰਦਾ ਹੈ, ਟੂਟੀ ਗਾਂਢਣ ਹਾਰ ਗੋਪਾਲ। ਹੇ ਪਾਲਣਹਾਰ ਵਾਹਿਗੁਰੂ ਜੀ, ਇਸ ਟੁੱਟੀ ਨੂੰ ਗੰਢ ਦਿਓ। ਮੈਂ ਹੰਕਾਰ ਕਰਕੇ ਇਹ ਤੋੜ ਬੈਠਾ, ਸਾਂਝ ਜਿਹੜੀ ਹੈ ਤੋੜ ਬੈਠਾ। ਹੁਣ ਤੋੜਨਾ ਬੜਾ ਸੌਖਾ ਹੈ, ਜੋੜਨਾ ਬੜਾ ਔਖਾ ਹੈ। ਤੁਸੀਂ ਦੇਖੋ ਆ ਬਿਲਡਿੰਗ ਬਣਾਉਣੀ ਕਿੰਨੀ ਔਖੀ ਹੈ, ਕਿੰਨਾ ਸਮਾਂ ਲੱਗ ਜਾਂਦਾ ਹੈ ਬਿਲਡਿੰਗ ਬਣਾਉਣ ਲੱਗਿਆਂ, ਤੇ ਜੇ ਤੋੜਨਾ ਹੋਵੇ ਤਾਂ ਪਲ ਭਰ ਲੱਗਦਾ ਹੈ। ਇੱਜ਼ਤ ਬਣਾਉਣੀ ਹੋਵੇ ਨਾ ਸਮਾਜ ਦੇ ਵਿੱਚ, ਇੱਜ਼ਤ ਬਣਾਉਣ ਲੱਗਿਆਂ ਕਈ ਵਾਰੀ ਸਾਰੀ ਉਮਰ ਲੰਘ ਜਾਂਦੀ ਹੈ, ਤੇ ਜੇ ਗਵਾਉਣੀ ਹੋਵੇ ਤੇ 2 ਪਲ ਨਹੀਂ ਲੱਗਦੇ ਗਵਾਉਣ ਲੱਗਿਆਂ। ਕੱਪੜਾ ਤਨ ਉੱਤੇ ਅਸੀਂ ਜਿਹੜਾ ਪਾਇਆ, ਇਹਨੂੰ ਸੀਣ ਲੱਗਿਆਂ ਕਿੰਨਾ ਟਾਈਮ ਲੱਗਾ, ਤੇ ਜੇ ਇਹਨੂੰ ਲੀਰੋ ਲੀਰ ਕਰਨਾ ਹੋਵੇ ਤੇ ਕਿੰਨਾ ਟਾਈਮ ਲੱਗੇਗਾ। ਭੋਜਨ ਬਣਾਉਂਦਿਆਂ ਕਿੰਨਾ ਸਮਾਂ ਲੱਗਦਾ ਹੈ, ਤੇ ਖਾਣ ਲੱਗਿਆਂ ਕਿੰਨਾ ਸਮਾਂ ਲੱਗਦਾ ਹੈ। ਬੰਦਾ ਕਹਿੰਦਾ 2 ਘੰਟੇ ਮੈਂ ਬਣਾਉਣ ਤੇ ਲਾਤੇ ਤੇ 2 ਮਿੰਟ ਵੀ ਖਾਣ ਨੂੰ ਨਹੀਂ ਲੱਗੇ। ਸਾਂਝ ਤਾਂ ਹੰਕਾਰ ਕਰਕੇ ਤੋੜ ਲਈ, ਪਰ ਨਿਰੰਕਾਰ ਨਾਲ ਜੁੜਨਾ ਔਖਾ ਹੋ ਗਿਆ। ਹੁਣ ਜੁੜਨਾ ਔਖਾ ਕਿਉਂ ਹੋ ਗਿਆ? ਕਿਉਂਕਿ ਚਾਰੇ ਪਾਸੇ ਕੂੜ ਦਾ ਬੋਲਬਾਲਾ ਹੈ। ਅਸੀਂ ਜੁੜਨਾ ਸੱਚ ਨਾਲ ਹੈ ਤੇ ਚਾਰੇ ਪਾਸੇ ਕੂੜ ਹੀ ਕੂੜ ਹੈ। ਇਹਦੇ ਕਰਕੇ ਸੱਚ ਨਾਲ ਜੁੜਨਾ ਔਖਾ ਹੋ ਗਿਆ, ਤੇ ਜਿਹੜਾ ਸੱਚ ਨਾਲ ਜੁੜਨ ਦਾ ਯਤਨ ਕਰਦਾ ਹੈ, ਕੂੜ ਵਾਲੇ ਜਿਹੜੇ ਨੇ ਉਹ ਫਿਰ ਲੱਤਾਂ ਖਿੱਚ ਲੈਂਦੇ ਆ, ਉਹ ਫਿਰ ਜੁੜਨ ਨਹੀਂ ਦਿੰਦੇ। ਇਸ ਲਈ ਜਾਂ ਤਾਂ ਸੰਸਾਰ ਨਾਲੋਂ ਸਾਨੂੰ ਆਪਣਾ ਮੋਹ ਜਿਹੜਾ ਉਹ ਤਿਆਗਣਾ ਪਏਗਾ, ਤਾਂ ਜਾ ਕੇ ਨਿਰੰਕਾਰ ਨਾਲ ਪ੍ਰੀਤ ਬਣਨੀ ਹੈ। ਸਰੀਰ ਦਾ ਮੋਹ ਮਨ ਤਿਆਗੇਗਾ ਤਾਂ ਆਤਮਿਕ ਤਲ ਤੇ ਪਿਆਰ ਪ੍ਰੀਤ ਪੈਦਾ ਹੋਏਗੀ, ਤੇ ਮਨ ਸਰੀਰ ਦਾ ਮੋਹ ਤਿਆਗਣ ਨੂੰ ਤਿਆਰ ਹੀ ਨਹੀਂ। ਸਰੀਰ ਦੀਆਂ ਲੋੜਾਂ ਜਿਹੜੀਆਂ ਨੇ, ਇਹ ਮਨ ਇਹਦੀ ਪੂਰਤੀ ਵਿੱਚ ਹੀ ਲੱਗਾ ਹੋਇਆ ਹੈ। ਕਿਵੇਂ ਇਹਨੂੰ ਸ਼ਿੰਗਾਰਨਾ, ਕਿਵੇਂ ਇਹਨੂੰ ਸਵਾਰਨਾ, ਕਿਵੇਂ ਇਹਨੂੰ ਸੰਭਾਲਣਾ, ਕਿਵੇਂ ਇਹਨੂੰ ਰੱਖਣਾ, ਮਨ ਇਸੇ ਪਾਸੇ ਲੱਗਾ ਹੋਇਆ ਹੈ। ਮਨ ਭੁੱਲ ਹੀ ਗਿਆ ਕਿ ਮੈਂ ਬੰਦਗੀ ਕਰਕੇ ਆਪਣੇ ਮੂਲ ਨਾਲ ਜੁੜਨਾ ਹੈ। ਮੈਂ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਕਰਨੀ ਹੈ, ਤੇ ਗੁਰਬਾਣੀ ਸਾਨੂੰ ਰੋਜ਼ ਹੋਕਾ ਦੇ ਰਹੀ ਹੈ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਕਹਿੰਦੇ ਨੇ ਅਜੇ ਸਾਹ ਚੱਲਦੇ ਨੇ, ਬੰਦਗੀ ਕਰ ਲੈ, ਐਵੇਂ ਹੰਕਾਰ ਨਾ ਕਰ। ਆਪਣੇ ਉੱਚੇ ਭਵਨ ਵੇਖ ਕੇ, ਧਨ ਪਦਾਰਥ ਵੇਖ ਕੇ, ਇਹਦੇ ਉੱਤੇ ਮਾਣ ਕਰਕੇ ਆਪਣੇ ਅੰਦਰ ਹੰਕਾਰ ਨਾ ਕਰ। ਤੂੰ ਨਿਰੰਕਾਰ ਦੇ ਨਾਲ ਜੁੜੇਗਾ ਤਾਂ ਤੇਰਾ ਇਹ ਜੀਵਨ ਸਫਲ ਹੋਣਾ ਹੈ। ਜਿਸ ਤਰ੍ਹਾਂ ਆਪ ਜੀ ਦੇ ਨਾਲ ਸਾਂਝ ਪਾਈ ਕਿ ਕਬੀਰ ਜੀ ਦੇ ਸ਼ਲੋਕ ਜਿਹੜੇ ਨੇ, ਉਹ ਕਬੀਰ ਜੀ ਦੇ ਸ਼ਲੋਕਾਂ ਵਿੱਚੋਂ ਹੀ ਉਹਦੀ ਵਿਚਾਰ ਸਾਨੂੰ ਸਮਝ ਆਉਂਦੀ ਹੈ। ਅੱਗੇ ਜਾ ਕੇ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਆਉਣਾ ਜਿਹੜਾ ਅੱਜ ਦੀ ਵਿਚਾਰ ਨੂੰ ਸਮਝਣ ਵਾਸਤੇ ਹੈ। ਕਬੀਰ ਸਾਹਿਬ ਜੀ ਉਹਦੇ ਵਿੱਚ ਸਮਝਾਉਂਦੇ ਨੇ ਕਿ ਤੂੰ ਆਪਣੇ ਕੋਠੇ, ਮੰਡਪ, ਮਾੜੀਆਂ, ਇਹਨਾਂ ਨੂੰ ਵੇਖ ਕੇ ਪਰਮੇਸ਼ਵਰ ਨੂੰ ਭੁੱਲ ਨਾ ਜਾਈਂ, ਕਿਉਂਕਿ ਇਹਨਾਂ ਨੂੰ ਢਾਉਂਦਿਆਂ ਸਮਾਂ ਨਹੀਂ ਲੱਗਦਾ। ਅੱਜ ਦੇ ਇਸ ਪਾਵਨ ਬਚਨ ਵਿੱਚ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਤੂੰ ਉੱਚਾ ਭਵਨ ਜਿਹੜਾ ਹੈ ਇਹ ਵੇਖ ਕੇ, ਤੇ ਉੱਚਾ ਆਪਣੇ ਨਿਸ਼ਾਨ ਘਰ ਦੇ ਉੱਤੇ ਚਲਾ ਕੇ ਮਾਣ ਕਰਦਾ ਪਿਆ, ਪਰ ਜੇ ਅੰਦਰ ਪਰਮੇਸ਼ਵਰ ਦਾ ਨਾਮ ਭੁੱਲ ਗਿਆ ਤਾਂ ਤੇਰੇ ਇਹ ਕਿਸੇ ਕੰਮ ਨਹੀਂ ਆਉਣੇ। ਇਸ ਤੋਂ ਪਹਿਲਾਂ ਤੁਸੀਂ ਜਿਹੜੀ ਕੱਲ ਦੀ ਵਿਚਾਰ ਸਰਵਣ ਕੀਤੀ, ਉਹਨੂੰ ਵੀ ਨਾਲ ਜੋੜਨਾ ਬੜਾ ਜ਼ਰੂਰੀ ਹੈ ਕਿ ਰੱਬ ਦਾ ਪਿਆਰਾ ਕਿੱਦਾਂ ਦਾ ਹੋਣਾ ਚਾਹੀਦਾ ਹੈ। ਜਿਹਨੇ ਉਸ ਰੱਬ ਜੀ ਨਾਲ, ਪਰਮੇਸ਼ਵਰ ਨਾਲ ਜੁੜਨਾ ਹੈ, ਉਹ ਸੇਵਕ, ਉਹ ਜਨ, ਉਹ ਭਗਤ ਕਿੱਦਾਂ ਦਾ ਹੋਣਾ ਚਾਹੀਦਾ, ਉਹਦੇ ਵਿੱਚ ਗੁਣ ਕਿੱਦਾਂ ਦੇ ਹੋਣੇ ਚਾਹੀਦੇ ਆ। ਤੇ ਕਬੀਰ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ ਸੀ, ਇੱਕ ਰੋੜੇ ਦੀ ਵੀ, ਇੱਕ
ਖੇ ਦੀ ਵੀ ਉਦਾਹਰਨ ਦਿੱਤੀ, ਪਾਣੀ ਦੀ ਵੀ ਉਦਾਹਰਨ ਦਿੱਤੀ ਸੀ। ਕਹਿੰਦੇ ਨਹੀਂ, ਪਾਣੀ ਵਰਗਾ ਵੀ ਨਹੀਂ, ਰੋੜੇ ਵਰਗਾ ਵੀ ਨਹੀਂ, ਖੇ ਵਰਗਾ ਵੀ ਨਹੀਂ। ਫਿਰ ਕਿੱਦਾਂ ਦਾ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿੱਦਾਂ ਉਸ ਮਾਲਕ ਦੇ ਵਿੱਚ ਗੁਣ ਨੇ, ਉਹੀ ਗੁਣ ਉਹਦੇ ਸੇਵਕ ਵਿੱਚ ਚਾਹੀਦੇ ਨੇ। ਹੁਣ ਜਿਸ ਗੁਰੂ ਸਾਹਿਬ ਨਾਲ ਆਪਾਂ ਜੁੜੇ ਆ, ਜਿਸ ਗੁਰੂ ਦੇ ਸਿੱਖ ਆਪਾਂ ਅਖਾਉਂਦੇ ਆ, ਉਸ ਗੁਰੂ ਦੇ ਗੁਣ ਵੀ ਤਾਂ ਸਿੱਖ ਵਿੱਚ ਹੋਣੇ ਚਾਹੀਦੇ ਆ। ਸਿੱਖ ਦਾ ਜੀਵਨ ਹੋਰ ਹੋਏਗਾ ਤੇ ਗੁਰੂ ਦਾ ਜੀਵਨ ਹੋਰ ਹੋਏਗਾ, ਤੇ ਲੋਕ ਕੀ ਆਖਣਗੇ? ਲੋਕ ਆਖਣਗੇ ਕਿ ਸਿੱਖ ਕਿੱਦਾਂ ਦਾ ਹੈ ਤੇ ਗੁਰੂ ਕਿੱਦਾਂ ਦਾ ਹੈ। ਬੱਚਿਆਂ ਵਿੱਚ ਗੁਣ ਹੋਰ ਹੋਣਗੇ, ਮਾਪਿਆਂ ਵਿੱਚ ਹੋਰ ਹੋਣਗੇ, ਤੇ ਲੋਕ ਕੀ ਆਖਣਗੇ? ਲੋਕ ਆਖਣਗੇ ਮਾਪੇ ਕਿੱਦਾਂ ਦੇ ਨੇ ਤੇ ਬੱਚੇ ਕਿੱਦਾਂ ਦੇ ਨੇ। ਇਸੇ ਤਰ੍ਹਾਂ ਸਾਨੂੰ ਵੀ ਕਹਿਣਗੇ ਲੋਕ ਵੀ ਗੁਰੂ ਵਿੱਚ ਗੁਣ ਕਿੱਦਾਂ ਦੇ ਨੇ ਤੇ ਸਿੱਖ ਵਿੱਚ ਕਿੱਦਾਂ ਦੇ ਨੇ। ਸਾਨੂੰ ਤੇ ਆਖਿਆ ਸੀ ਕਿ ਜੋ ਗੁਣ ਗੁਰੂ ਵਿੱਚ ਨੇ ਸਿਖਾ, ਉਹੀ ਗੁਣ ਤੂੰ ਆਪਣੇ ਅੰਦਰ ਧਾਰਨ ਕਰ। ਤੇਰੇ ਵਿੱਚ ਤੇ ਸਿੱਖ ਵਿੱਚ ਤਾਂ ਗੁਰੂ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ, ਪਰ ਉਹਨੂੰ ਸਮਾਂ ਲੱਗੇਗਾ। ਅਸੀਂ ਗੁਣ, ਸ਼ੁਭ ਗੁਣ ਲੈਣ ਲਈ ਆਏ ਹਾਂ ਕਿ ਗੁਰੂ ਸਾਹਿਬ ਸਾਨੂੰ ਕਿਤੇ ਸ਼ੁਭ ਗੁਣ ਮਿਲ ਜਾਣ, ਅਸੀਂ ਵੀ ਕਿਤੇ ਤੁਹਾਡੇ ਵਰਗੇ ਹੋ ਜਾਈਏ। ਭਾਈ ਲਹਿਣਾ ਜੀ ਨੇ ਗੁਣ ਲਏ, ਗੁਰੂ ਨਾਨਕ ਜੀ ਵਰਗੇ ਹੋ ਗਏ। ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਮੌਜੂਦ ਨੇ, ਪਰ ਉਹ ਗੁਣ ਨਹੀਂ ਲੈ ਸਕੇ, ਉਹ ਨਹੀਂ ਬਣ ਸਕੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਪੁੱਤਰ ਮੌਜੂਦ ਨੇ, ਪਰ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ ਬੁਢੇਪੇ ਵਿੱਚ ਵੀ ਆ ਕੇ ਤੇ ਗੁਣ ਲੈ ਕੇ ਗੁਰੂ ਵਰਗੇ ਹੋ ਗਏ। ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਆਏ ਤੇ ਇੱਕ ਇੱਕ ਗੁਣ ਇਕੱਠੇ ਕਰਦਿਆਂ ਕਰਦਿਆਂ ਇੱਕ ਦਿਨ ਗੁਰੂ ਦਾ ਰੂਪ ਹੋ ਗਏ। ਭਾਈ ਬਿਧੀ ਚੰਦ ਜੀ ਦਾ ਪਿਛੋਕੜ ਵੇਖਾਂਗੇ ਤੇ ਕਿਦਾਂ ਦਾ ਹੈ, ਪਰ ਇੱਕ ਦਿਨ ਗੁਰੂ ਚਰਨਾਂ ਵਿੱਚ ਆ ਕੇ ਇੱਕ ਇੱਕ ਗੁਣ ਇਕੱਠੇ ਕਰਦਿਆਂ ਕਰਦਿਆਂ, ਇੱਕ ਇੱਕ ਅੰਦਰ ਅਵਗਣ ਕੱਢਦਿਆਂ ਕੱਢਦਿਆਂ ਇੱਕ ਦਿਨ ਐਸੀ ਅਵਸਥਾ ਆ ਗਈ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਪਿਆ ਕਿ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਕਹਿਣ ਲੱਗੇ ਆ ਬਿਧੀ ਚੰਦ ਛੀਨਾ ਜਿਹੜਾ ਇਹ ਗੁਰੂ ਦਾ ਸੀਨਾ। ਇੰਨੇ ਗੁਣ ਭਰ ਗਏ ਭਾਈ ਬਿਧੀ ਚੰਦ ਵਿੱਚ। ਰੋਜ਼ ਬਾਣੀ ਪੜ੍ਹਨੀ, ਨਿਤਨੇਮ ਕਰਨ ਦਾ ਮਤਲਬ ਹੈ ਇੱਕ ਇੱਕ ਗੁਣ ਉਹਦੇ ਵਿੱਚੋਂ ਦੀ ਧਾਰਨ ਕਰਨਾ। ਪਰ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਪਤਾ ਹੀ ਨਾ ਲੱਗਾ ਅਸੀਂ ਪੜ੍ਹ ਕਦੋਂ ਗਏ, ਲੰਘ ਕਦੋਂ ਗਏ। ਉਹ ਸ਼ੁਭ ਗੁਣ ਇਕੱਠਾ ਕਿਵੇਂ ਕਰਨਾ ਸੀ? ਸ਼ੁਭ ਗੁਣ ਵੀ ਤਾਂ ਵੀ ਇਕੱਠੇ ਹੋਣਗੇ ਜੇ ਅਸੀਂ ਉਹਨੂੰ ਸਮਝਾਂਗੇ। ਰਾਤ ਵੀ ਜ਼ਿਕਰ ਕੀਤਾ ਕਿ ਗੁਰਬਾਣੀ ਸਮਝਣ ਦਾ ਵਿਸ਼ਾ ਹੈ, ਇਹਨੂੰ ਸਮਝੀਏ ਆਪਾਂ। ਜੇ ਸਾਨੂੰ ਸਮਝ ਆਏਗੀ ਤਾਂ ਹੀ ਅਸੀਂ ਅਵਗਣ ਕੱਢ ਸਕਾਂਗੇ ਤੇ ਸ਼ੁਭ ਗੁਣ ਗ੍ਰਹਿਣ ਕਰ ਸਕਾਂਗੇ। ਜੇ ਸਮਝ ਨਹੀਂ ਆਏਗੀ, ਹੁਣ ਜ਼ਹਿਰ ਤੇ ਅੰਮ੍ਰਿਤ ਦੋ ਪਿਆਲੇ ਸਾਡੇ ਸਾਹਮਣੇ ਪਏ ਨੇ, ਹੁਣ ਜੇ ਸਮਝ ਨਹੀਂ ਆਏਗੀ ਤੁਸੀਂ ਤਾਂ ਜ਼ਹਿਰ ਪੀ ਜਾਓਗੇ। ਜੇ ਸਮਝ ਆ ਗਈ ਤਾਂ ਤੁਸੀਂ ਜ਼ਹਿਰ ਕਦੇ ਵੀ ਨਹੀਂ ਪੀਓਗੇ, ਤੁਸੀਂ ਅੰਮ੍ਰਿਤ ਦਾ ਪਿਆਲਾ ਪੀਓ, ਕਿਉਂਕਿ ਪਤਾ ਹੈ ਵੀ ਜ਼ਹਿਰ ਦੇ ਵਿੱਚ ਤੇ ਅੰਮ੍ਰਿਤ ਵਿੱਚ ਕੀ ਫਰਕ ਹੈ। ਗੁਰਬਾਣੀ ਨੂੰ ਆਪਾਂ ਸਮਝਣਾ, ਸਮਝ ਕੇ ਇੱਕ ਇੱਕ ਗੁਣ ਉਹਦੇ ਵਿੱਚੋਂ ਗ੍ਰਹਿਣ ਕਰਨਾ, ਧਾਰਨ ਕਰਨਾ ਹੈ। ਤੇ ਜਿੱਦਣ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਬਣ ਗਏ ਤੇ ਮਾਲਕ ਜੀ ਕਹਿੰਦੇ ਤੇਰੇ ਮੇਰੇ ਵਿੱਚ ਫਰਕ ਹੀ ਕੋਈ ਨਹੀਂ ਰਹਿ ਜਾਣਾ। ਉੱਥੇ ਫਿਰ ਮੈਂ ਮਿਟ ਜਾਏਗੀ, ਉੱਥੇ ਤੂੰ ਹੀ ਤੂੰ, ਤੂੰ ਹੀ ਤੂੰ, ਉੱਥੇ ਮੇਰ ਤੇਰ ਖਤਮ ਹੋ ਜਾਏਗੀ। ਮੇਰ ਤੇਰ ਦਾ ਮਤਲਬ ਹੈ ਵੀ ਦੋ ਪੱਖ ਨਹੀਂ, ਇੱਕ ਮੇਰ ਵਾਲਾ ਇੱਕ ਤੇਰ। ਜਦੋਂ ਮੇਰ ਤੇਰ ਖਤਮ ਹੋ ਗਈ ਦੋਵੇਂ ਇੱਕ ਹੋ ਗਏ। ਬਾਣੀ ਦੇ ਵਿੱਚ ਜਿਹਨੂੰ ਆਖਿਆ ਗਿਆ ਵੀ ਏਕ ਜੋਤ ਦੋਏ ਮੂਰਤੀ, ਵੀ ਮੂਰਤਾਂ ਦੋ ਨੇ ਪਰ ਜੋਤ ਇੱਕ ਹੈ। ਪਰ ਜੇ ਮੇਰ ਤੇਰ ਹੋਏਗੀ ਤੇ ਕੀ ਹੋਏਗਾ? ਉਹ ਕਹਿੰਦਾ ਮੇਰਾ ਆ ਤੇ ਤੇਰਾ ਆ, ਤੇਰਾ ਇਹ ਰਸਤਾ ਹੈ, ਮੇਰਾ ਆ ਰਸਤਾ ਹੈ। ਜਦ ਕਿ ਮੂਰਤਾਂ ਦੋ ਨੇ, ਜੋਤ ਇੱਕ ਹੈ, ਪਰ ਉਸ ਜੋਤ ਦੀ ਸਮਝ ਨਹੀਂ ਆਈ। ਜਦੋਂ ਸਾਡੇ ਧੀਆਂ ਪੁੱਤਰ ਬੱਚੇ ਬੱਚੀਆਂ ਦੇ ਵਿਆਹ ਹੁੰਦੇ ਨੇ ਤਾਂ ਬੱਚੀ ਆਪਣੇ ਪੇਕੇ ਪਰਿਵਾਰ ਨੂੰ ਛੱਡ ਕੇ ਸਦਾ ਲਈ ਆਪਣੇ ਪਤੀ ਦੇ ਨਾਲ ਉਹਦਾ ਪੱਲਾ ਪਕੜ ਕੇ ਤੁਰ ਪੈਂਦੀ ਹੈ। ਉਹਦਾ ਮਤਲਬ ਹੁੰਦਾ ਹੈ ਮੈਂ ਆਪਣਾ ਆਪਾ ਅੱਜ ਤੋਂ ਮੈਂ ਤੈਨੂੰ ਸਮਰਪਣ ਕਰ ਦਿੱਤਾ, ਸਾਡੇ ਦੋਵਾਂ ਦਾ ਰਾਹ ਅੱਜ ਤੋਂ ਇੱਕ ਹੋ ਗਿਆ।
ਹੁਣ ਜੇ ਦੋਵਾਂ ਦੀ ਸੋਚ ਇੱਕ ਨਾ ਹੋਈ, ਜੇ ਦੋਵਾਂ ਦੀ ਸੋਚ ਇੱਕ ਨਾ ਹੋਈ, ਉਹ ਮੂਰਤਾਂ ਤੇ ਦੋ ਨੇ ਪਰ ਜੋਤ ਇੱਕ ਨਾ ਹੋਈ, ਸੋਚ ਇੱਕ, ਵਿਚਾਰ ਇੱਕ ਨਾ ਹੋਈ, ਤਾਂ ਭਾਂਡੇ ਤੇ ਫਿਰ ਖੜਕਣਗੇ, ਮੇਰ ਤੇਰ ਕਰਕੇ ਖੜਕਣਗੇ ਵੀ ਤੂੰ ਮੈਨੂੰ ਕੀ ਦਿੱਤਾ ਤੇ ਮੈਂ, ਮੇਰੇ ਕੋਲ ਕੀ ਹੈ ਤੇ ਤੇਰੇ ਕੋਲ ਕੀ ਹੈ। ਉਹਨੇ ਕਹਿਣਾ ਤੂੰ ਕੀ ਲੈ ਕੇ ਆਈ, ਉਹਨੇ ਕਹਿਣਾ ਤੂੰ ਕੀ ਦਿੱਤਾ। ਇਹ ਭਾਂਡੇ ਖੜਕਦੇ ਰਹਿਣਗੇ। ਤੇ ਜਦੋਂ ਦੋਵਾਂ ਦੀ ਜੋਤ ਇੱਕ, ਸੋਚ ਇੱਕ, ਵਿਚਾਰ ਇੱਕ ਹੋ ਗਈ ਤੇ ਦੋਵੇਂ ਮੂਰਤਾਂ ਫਿਰ ਇੱਕ ਛੱਤ ਹੇਠਾਂ ਪਿਆਰ ਨਾਲ ਰਹਿੰਦੀਆਂ ਨੇ। ਜਿੱਥੇ ਮੇਰ ਤੇਰ ਖਤਮ ਹੋ ਜਾਏ, ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਇਸ ਮੇਰ ਤੇਰ ਨੂੰ ਹੀ ਆਪਾਂ ਮਿਟਾਉਣਾ ਹੈ। ਤੇ ਇਹ ਉਨਾ ਚਿਰ ਮਿਟਣੀ ਨਹੀਂ ਜਿੰਨਾ ਚਿਰ ਅਸੀਂ ਉਹਦੇ ਨਾਮ ਨਾਲ ਜੁੜਦੇ ਨਹੀਂ। ਜਿੰਨੇ ਵੀ ਸੰਸਾਰ ਦੇ ਵਿੱਚ ਝਗੜੇ ਨੇ, ਕਲੇਸ਼ ਨੇ, ਸਾਰੇ ਹੀ ਮੁੱਕ ਜਾਣ ਜੇ ਸਾਨੂੰ ਮੇਰ ਤੇਰ ਖਤਮ ਕਰਨੀ ਆ ਜਾਏ। ਤੋ ਕਬੀਰ ਸਾਹਿਬ ਜੀ ਇਹ ਸਮਝਾਉਂਦੇ ਨੇ, ਕਹਿਣ ਲੱਗੇ ਊਚ ਭਵਨ ਕਨਕ ਕਾਮਨੀ। ਇਹ ਜਿਹੜਾ ਕਨਕ ਕਾਮਨੀ ਹੈ ਨਾ, ਇਕੱਠਾ ਹੈ, ਪਰ ਜਦੋਂ ਇਹਨੂੰ ਨਖੇੜਾਂਗੇ ਤੇ ਕੱਕਾ ਜਿਹੜਾ ਨਾ ਦੋਵੇਂ ਪਾਸੇ ਲੱਗੇਗਾ, ਕਨਕ ਕਾਮਨੀ। ਕਨਕ ਕਹਿੰਦੇ ਆ ਸੋਨੇ ਨੂੰ, ਕਾਮਨੀ ਕਹਿੰਦੇ ਆ ਇਸਤਰੀ ਨੂੰ। ਕਹਿੰਦੇ ਤੇਰੇ ਕੋਲ ਉੱਚਾ ਭਵਨ ਹੋਵੇ, ਤੇਰੇ ਕੋਲ ਸੋਨੇ ਦੀ ਚਮਕ ਵਾਲੇ ਜਿਹੜੇ ਸੋਨੇ ਦੇ ਢੇਰ ਹੋਣ, ਵਿਸ਼ਾਲ ਰੂਪ ਵਿੱਚ ਤੇਰੇ ਕੋਲ ਸੋਨਾ ਵੀ ਹੋਵੇ। ਕਾਮਨੀ ਤੇਰੇ ਕੋਲ ਇਸਤਰੀ ਵੀ ਜਿਹੜੀ ਆ ਉਹ ਸੁੰਦਰ ਰੂਪ ਦੇ ਵਿੱਚ ਹੋਵੇ। ਸਿਖਰ ਧਜਾ ਫਹਿਰਾਏ। ਸਿਖਰ ਉਤੇ ਜਿਹੜਾ ਉੱਚਾ ਭਵਨ ਹੈ ਨਾ, ਉਹਦੇ ਸਿਖਰ ਦੇ ਉੱਤੇ ਧਜਾ ਤੇ ਨਿਸ਼ਾਨ ਵੀ ਜਿਹੜੇ ਨੇ ਉਹ ਲਹਿਰਾਰੇ ਹੋਣ, ਨਿਸ਼ਾਨ ਝੰਡੇ ਵੀ ਤੇਰੇ ਉੱਤੇ ਝੂਲਦੇ ਹੋਣ। ਪਰ ਇੰਨਾ ਕੁਝ ਤੇਰੇ ਕੋਲ ਹੋਵੇ ਤੇ ਫਿਰ ਤੇਰੇ ਕੋਲ ਨਾਮ ਨਾ ਹੋਵੇ, ਬੰਦਗੀ ਨਾ ਹੋਵੇ, ਸਿਮਰਨ ਨਾ ਹੋਵੇ, ਸਤ ਸੰਗਤ ਨਾ ਹੋਵੇ, ਅੰਮ੍ਰਿਤ ਵੇਲਾ ਨਾ ਹੋਵੇ, ਤਾਂ ਫਿਰ ਕਹਿਣ ਲੱਗੇ ਕੀ ਕਰਨਾ ਇਸ ਉੱਚੇ ਭਵਨ ਨੂੰ, ਸੋਨੇ ਨੂੰ, ਉੱਚੇ ਝੂਲਦੇ ਝੰਡਿਆਂ ਨੂੰ ਕੀ ਕਰਨਾ ਜੇ ਤੇਰੇ ਕੋਲ ਪਰਮੇਸ਼ਵਰ ਦੇ ਨਾਮ ਦਾ ਆਸਰਾ ਹੀ ਨਹੀਂ ਹੈ। ਤਾਂ ਫਿਰ ਤੇਰੇ ਨਾਲੋਂ ਤੇ ਉਹ ਚੰਗਾ ਜਿਹੜਾ ਸਤ ਸੰਗ ਕਰਕੇ ਗੁਣ ਗਾਉਂਦਾ ਹੈ, ਭਾਵੇਂ ਮੰਗ ਮੰਗ ਕੇ ਹੀ ਖਾਂਦਾ ਹੈ। ਬਾਬਾ ਰਵਿਦਾਸ ਜੀ ਨੇ ਵੀ ਬੜੀ ਵੱਡੀ ਗੱਲ ਕਹੀ, ਕਿਉਂਕਿ ਉਹ ਜੁੱਤੀਆਂ ਗੰਢਣ ਦਾ ਕੰਮ ਕਰਦੇ ਆ, ਕੁਟੀਆ ਵਿੱਚ ਰਹਿੰਦੇ ਨੇ। ਉਹਨਾਂ ਨੇ ਆਖਿਆ ਕਿ ਆ ਜਿਹੜੇ ਉੱਚੇ ਭਵਨ ਨੇ ਔਰ ਆ ਜਿਹੜੀਆਂ ਸੁੰਦਰ ਨਾਰੀ ਹੈ, ਨਾਰੀ ਦਾ ਅਰਥ ਅਸੀਂ ਮਾਇਆ ਵੀ ਕਰ ਸਕਦੇ ਹਾਂ, ਕਾਮਨੀ ਦਾ ਅਰਥ ਅਸੀਂ ਮਾਇਆ ਵੀ ਕਰ ਸਕਦੇ ਹਾਂ, ਕਿਉਂਕਿ ਗੁਰਬਾਣੀ ਵਿੱਚ ਕਿਸੇ ਇਸਤਰੀ ਨੂੰ ਨਿੰਦਿਆ ਨਹੀਂ ਗਿਆ, ਨਿੰਦਿਆ ਨਹੀਂ ਗਿਆ, ਮਾੜਾ ਨਹੀਂ ਕਿਹਾ ਗਿਆ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਾਂ ਇਸਤਰੀ ਪੁਰਸ਼ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ। ਜੇ ਗੁਰਬਾਣੀ ਪੜ੍ਹਨ ਸੁਣਨ ਨੂੰ ਕਿਹਾ ਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਕਹਿਣ ਲੱਗੇ ਇਸਤਰੀ ਵੀ ਬਾਣੀ ਪੜ੍ਹ ਸਕਦੀ ਹੈ ਤੇ ਪੁਰਸ਼ ਵੀ ਪੜ੍ਹ ਸਕਦਾ ਹੈ। ਧੀਆਂ ਪੁੱਤਰ ਰਲ ਕੇ ਬੈਠ ਕੇ ਬਾਣੀ ਦਾ ਪਾਠ ਜਿਹੜਾ ਉਹ ਕਰ ਸਕਦੇ ਨੇ, ਵਿਤਕਰਾ ਨਹੀਂ। ਗੁਰੂ ਘਰ ਵਿੱਚ ਵੀ ਬਰਾਬਰਤਾ ਦਿੱਤੀ ਹੈ। ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਵੀ ਬਰਾਬਰਤਾ ਦਿੱਤੀ। 5 ਕਕਾਰ ਜੇ ਦਿੱਤੇ ਨੇ ਤਾਂ ਵੀ ਬਰਾਬਰਤਾ ਰੱਖ ਕੇ, ਇਹ ਨਹੀਂ ਕਿ ਇਕੱਲੇ ਪੁਰਸ਼ਾਂ ਨੇ 5 ਕਕਾਰ ਧਾਰਨ ਕਰਨੇ, ਨਹੀਂ। ਮਹਾਰਾਜ ਕਹਿੰਦੇ ਆ ਇਸਤਰੀ ਜਾਤ ਵਿੱਚ ਵੀ ਭਾਵੇਂ ਉਹ ਮੇਲ ਹੈ, ਭਾਵੇਂ ਫੀਮੇਲ ਹੈ, ਇਸਤਰੀ ਹੈ, ਪੁਰਸ਼ ਹੈ, ਹਰ ਕੋਈ ਜਿਹੜਾ ਅੰਮ੍ਰਿਤ ਬਾਣੀ ਨਾਲ ਜੁੜ ਸਕਦਾ ਹੈ। ਸੇਵਾ ਵਿੱਚ ਵੀ ਹਰ ਕੋਈ ਜੁੜ ਸਕਦਾ ਹੈ, ਕਿਸੇ ਨਾਲ ਵਿਤਕਰਾ ਨਹੀਂ। ਇਸ ਲਈ ਇਹਦਾ ਅਰਥ ਅਸੀਂ ਮਾਇਆ ਵੀ ਕਰ ਸਕਦੇ ਹਾਂ। ਉੱਚਾ ਮੰਦਰ, ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਬਾਬਾ ਰਵਿਦਾਸ ਜੀ, ਭਗਤ ਰਵਿਦਾਸ ਜੀ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ। ਉੱਚੇ ਮੰਦਰ ਨੇ, ਸੁੰਦਰ ਨਾਰੀ ਹੈ, ਇਹਦੇ ਮੋਹ ਵਿੱਚ ਫਸ ਗਿਆ ਤਾਂ ਰਾਮ ਨਾਮ ਬਿਨ ਬਾਜੀ ਹਾਰੀ। ਤੂੰ ਰਾਮ ਦੇ ਨਾਮ ਤੋਂ ਜੇ ਦੂਰ ਹੋ ਗਿਆ ਤਾਂ ਤੂੰ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਜਾਏਗਾ। ਇਹ ਧਨ ਪਦਾਰਥ, ਉੱਚੇ ਮਹਿਲ, ਇਹ ਸਾਡੀ ਜਿਹੜੀ ਹੈ ਜ਼ਿੰਦਗੀ ਦੀ ਬਾਜੀ ਨੂੰ ਜਿੱਤਣ ਵਾਸਤੇ ਨਹੀਂ, ਇਹ ਤਾਂ ਸੰਸਾਰ ਵਿੱਚ ਗੁਜ਼ਰਾਨ ਵਾਸਤੇ ਹੈ ਕਿ ਤੇਰਾ ਗੁਜ਼ਾਰਾ ਜਿਹੜਾ ਉਹ ਸੋਹਣਾ ਚੱਲਦਾ ਰਵੇ, ਤੂੰ ਧੀਆਂ ਪੁੱਤਰਾਂ ਪਰਿਵਾਰ ਵਿੱਚ ਰਵੇਂ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਤੂੰ ਰੱਬ ਨੂੰ ਭੁੱਲ ਜਾਏ, ਤੂੰ ਉਹਦੇ ਨਾਮ ਦੀ ਬੰਦਗੀ ਕਰਨੀ ਭੁੱਲ ਜਾਏ। ਸਭ ਕੁਝ ਤੇਰੇ ਕੋਲ ਹੋਵੇ, ਸਭ ਕੁਝ। ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤਾਂ ਤੂੰ ਆਪਣੀ ਬਾਜੀ ਹਾਰ ਜਾਏਗਾ।
ਇਹ ਜ਼ਿੰਦਗੀ ਦੀ ਬਾਜੀ ਤੂੰ ਹਾਰ ਜਾਏਗਾ। ਇਸ ਲਈ ਇੱਥੇ ਸਮਝਾਉਂਦੇ ਨੇ, ਕਹਿਣ ਲੱਗੇ ਊਚ ਭਵਨ ਕਨਕ ਕਾਮਨੀ ਸਿਖਰ ਧਜਾ ਫਹਿਰਾਏ ਤਾਂ ਤੇ ਭਲੀ ਮਧੂਕਰੀ। ਤਾਂ ਤੇ ਉਹਦੇ ਨਾਲੋਂ ਫਿਰ ਸਮਝ ਲੈਣਾ ਚੰਗੀ ਤਰ੍ਹਾਂ, ਜਿਹਦੇ ਕੋਲ ਉੱਚਾ ਭਵਨ ਹੈ, ਉਹਦੇ ਵਿੱਚ ਧਨ ਪਦਾਰਥਾਂ ਦੇ ਢੇਰ ਲੱਗੇ ਨੇ, ਸੁੰਦਰ ਕਾਮਨੀ ਹੈ, ਉਸ ਘਰ ਦੇ ਉੱਤੇ ਝੰਡੇ ਝੂਲਦੇ ਪਏ ਨੇ, ਤਾਂ ਤੇ ਉਹਦੇ ਨਾਲੋਂ ਜਿਹਦੇ ਕੋਲ ਬੰਦਗੀ ਨਹੀਂ, ਸਿਮਰਨ ਨਹੀਂ, ਨਿਤਨੇਮ ਨਹੀਂ, ਸਤ ਸੰਗਤ ਨਹੀਂ, ਜਿਹਦੇ ਕੋਲ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਨਹੀਂ, ਕਹਿੰਦੇ ਤਾਂ ਤੇ ਉਹਦੇ ਕੋ ਨਾਲੋਂ ਭਲੀ ਮਧੂਕਰੀ। ਮਧੂਕਰੀ ਕਿਹਨੂੰ ਕਹਿੰਦੇ ਨੇ? ਜੋ ਮੰਗ ਕੇ ਲਿਆਂਦਾ ਤੇ ਜੋ ਇਕੱਠਾ ਹੋਇਆ ਖਾਣ ਵਾਲਾ ਪਦਾਰਥ, ਉਹਨੂੰ ਮਧੂਕਰੀ ਕਹਿੰਦੇ ਆ, ਜਿਹਦੇ ਵਿੱਚ ਸਾਰੇ ਰਸ ਆ ਕੇ ਮਿਲ ਗਏ। ਕਹਿਣ ਲੱਗੇ ਉਹ ਜਿਹੜੀ ਮੰਗ ਕੇ ਮਧੂਕਰੀ ਇਕੱਠੀ ਕੀਤੀ ਨਾ, ਖਾਣ ਵਾਲਾ ਪਦਾਰਥ, ਉਹ ਭਲੀ, ਉਹ ਚੰਗੀ ਹੈ। ਕਿਉਂ ਚੰਗੀ ਹੈ ਜੀ? ਕਹਿੰਦੇ ਸੰਤ ਸੰਗ ਗੁਣ ਗਾਏ। ਕਮ ਸੇ ਕਮ ਮੰਗਣ ਵਾਲਾ ਸਤ ਸੰਗ ਦੇ ਵਿੱਚ ਬੈਠ ਕੇ ਗੁਣ ਤਾਂ ਗਾਉਂਦਾ ਹੈ। ਕਮ ਸੇ ਕਮ ਉਹ ਸਤ ਸੰਗਤਾਂ, ਉਹਨੂੰ ਪਤਾ ਵੀ ਮੈਂ ਸਤ ਸੰਗਤ ਕਰਨੀ ਹੈ, ਮੈਂ ਗੁਣ ਗਾਉਣੇ ਨੇ। ਜਿੰਨਾ ਧਨ ਪਦਾਰਥ ਵੱਧਦਾ ਗਿਆ, ਜਿੰਨੇ ਉੱਚੇ ਮਹਿਲ ਵੱਧਦੇ ਗਏ, ਉਹਦੇ ਅੰਮ੍ਰਿਤ ਵੇਲੇ ਤੋਂ ਵੀ ਅਸੀਂ ਦੂਰ ਹੋ ਗਏ, ਸਤ ਸੰਗਤ ਤੋਂ ਵੀ ਦੂਰ ਹੋ ਗਏ। ਸਤ ਸੰਗਤ ਵੀ ਜਿਹੜਾ ਸਮਾਂ ਸੀ ਉਹ ਵੀ ਖੁੰਝ ਗਿਆ ਸਾਡੇ ਕੋਲੋਂ। ਅੰਮ੍ਰਿਤ ਵੇਲਾ ਵੀ ਇੱਕ ਟਾਈਮ ਸੀ ਕਿ ਜਦੋਂ ਆ ਗਰੀਬੀ ਵਾਲੀ ਅਵਸਥਾ ਸੀ, ਉਦੋਂ ਤਾਂ ਅੰਮ੍ਰਿਤ ਵੇਲੇ ਵੀ ਜਾਗ ਆ ਜਾਂਦੀ ਸੀ। ਉਦੋਂ ਤਾਂ ਸਤ ਸੰਗ ਦੇ ਵਿੱਚ ਵੀ ਆ ਕੇ ਤੇ ਗੁਣ ਗਾਏ ਜਾਂਦੇ ਸੀ। ਹੁਣ ਉੱਚੇ ਮਹਿਲ ਹੋ ਗਏ, ਮਖਮਲੀ ਗੱਦੇ ਆ ਗਏ, ਹੁਣ ਉਹਨਾਂ ਗੱਦਿਆਂ ਤੇ ਉੱਠਣਾ ਔਖਾ ਹੋ ਗਿਆ। ਹੁਣ ਪਤਾ ਹੀ ਨਹੀਂ ਲੱਗਦਾ ਕਿ 10 ਕਦੋਂ ਵੱਜ ਜਾਂਦੇ ਨੇ, ਸੂਰਜ ਕਦੋਂ ਚੜ੍ਹ ਜਾਂਦਾ ਹੈ, ਪਤਾ ਹੀ ਕੋਈ ਨਹੀਂ ਲੱਗਦਾ। ਇਸੇ ਲਈ ਜਿਹੜੇ ਸੂਝਵਾਨ ਨੇ, ਉਹਨਾਂ ਨੇ ਆਖਿਆ ਵੀ ਹਾਲਤ ਪਤਾ ਕਿੱਦਾਂ ਦੀ ਹੈ ਕਿ ਪਹਿਲਾਂ ਘਰ ਕੱਚੇ ਹੁੰਦੇ ਸੀ ਪਰ ਅੰਦਰੋਂ ਸਿੱਖ ਪੱਕੇ ਹੁੰਦੇ ਸੀ, ਨਿਤਨੇਮੀ ਪੱਕੇ ਹੁੰਦੇ ਸੀ। ਅੱਜ ਘਰ ਪੱਕੇ ਹੋ ਗਏ ਤੇ ਨਿਤਨੇਮ ਤੋਂ ਕੱਚੇ ਹੋ ਗਏ। ਅੱਜ ਗੁਰੂ ਘਰ ਦੇ ਵਿੱਚ ਆਉਣਾ ਔਖਾ ਲੱਗਣ ਲੱਗ ਪਿਆ, ਸੇਵਾ ਕਰਨੀ ਔਖੀ ਲੱਗਣ ਲੱਗ ਪਈ, ਨਾਮ ਜਪਣਾ ਔਖਾ ਲੱਗਣ ਲੱਗ ਪਿਆ। ਪਰ ਇੱਕ ਟਾਈਮ ਸੀ ਜਿਹੜਾ ਸਭ ਕੁਝ ਸੌਖਾ ਲੱਗਦਾ ਸੀ। ਇਹਦਾ ਮਤਲਬ ਕੋਈ ਤਾਂ ਜੀਵਨ ਵਿੱਚ ਰੁਕਾਵਟ ਬਣ ਗਈ। ਮਿਲੇ ਸੀ ਮਾਲਕ ਨੂੰ, ਮਿਲਣ ਲਈ ਚੱਲੇ ਸੀ, ਪਰ ਰਾਹ ਵਿੱਚ ਹੀ ਚਿੱਤ ਅਟਕ ਗਿਆ। ਉਹ ਆਪਾਂ ਕਬੀਰ ਜੀ ਦਾ ਸ਼ਲੋਕ ਵਿਚਾਰ ਕੇ ਆਏ ਆ ਕਿ ਚਾਲੇ ਥੇ ਹਰ ਮਿਲਣ ਕੋ ਵਿਚੇ ਅਟਕਿਓ ਚੀਤ ਚਿੱਤ। ਰਾਹ ਵਿੱਚ ਹੀ ਅਟਕ ਗਿਆ। ਉਹ ਕਿਉਂ ਅਟਕ ਗਿਆ? ਕਿਉਂਕਿ ਇਸ ਮੋਹ ਮਾਇਆ ਨੇ ਚਿੱਤ ਅਟਕਾ ਕੇ ਰੱਖ ਦਿੱਤਾ। ਚੱਲੇ ਤਾਂ ਹਰੀ ਨੂੰ ਮਿਲਣ ਵਾਸਤੇ ਸੀ, ਪਰ ਹੋਇਆ ਕਿ ਇਹ ਮੋਹ ਮਾਇਆ ਨੇ ਐਸਾ ਜਾਲ ਵਿਛਾਇਆ, ਇਹਦੇ ਵਿੱਚ ਹੀ ਚਿੱਤ ਅਟਕ ਕੇ ਰਹਿ ਗਿਆ ਤੇ ਰੱਬ ਨੂੰ ਮਿਲਣਾ ਭੁੱਲ ਹੀ ਗਿਆ, ਉਹਨੂੰ ਵਿਸਾਰ ਹੀ ਦਿੱਤਾ। ਅਸੀਂ ਆਖਿਆ ਨਹੀਂ, ਬਸ ਆਹ ਧਨ ਪਦਾਰਥ ਹੀ ਸਾਨੂੰ ਚਾਹੀਦੇ ਆ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਪਰ ਰੋਜ਼ ਬਾਣੀ ਵਿੱਚ ਸਾਨੂੰ ਇੱਕ ਹਲੂਣਾ ਦਿੱਤਾ। ਰੋਜ਼, ਤਕਰੀਬਨ ਰੋਜ਼ ਜੇ ਪਾਠ ਕਰਦੇ ਹੋ ਤੇ ਰੋਜ਼ ਹਲੂਣਾ ਮਿਲਦਾ ਹੈ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ। ਤੁਹਾਨੂੰ ਦੁਨੀਆ ਵਾਹ ਕਹਿੰਦੀ ਹੋਏਗੀ, ਧਨਾੜ ਕਹਿੰਦੀ ਹੋਏਗੀ, ਤੁਹਾਨੂੰ ਦੁਨੀਆ ਜਿਹੜੀ ਆ ਉਹ ਬੜਾ ਮਾਣ ਸਨਮਾਨ, ਫੁੱਲਾਂ ਦੇ ਹਾਰ ਵੀ ਤੁਹਾਡੇ ਗਲ ਵਿੱਚ ਪਾਉਂਦੀ ਹੋਏਗੀ, ਬੜਾ ਧਨਾੜ ਹੈ, ਬੜੇ ਉੱਚੇ ਮਹਿਲੇ ਵਾਲਾ, ਉੱਚੇ ਅਹੁਦਿਆਂ ਵਾਲਾ। ਪਰ ਜੇ ਤੁਹਾਡੇ ਕੋਲ ਸਤ ਸੰਗਤ ਨਹੀਂ, ਜੇ ਤੁਹਾਡੇ ਕੋਲ ਉਸ ਮਾਲਕ ਦੇ ਗੁਣ ਗਾਉਣ ਵਾਸਤੇ ਸਮਾਂ ਨਹੀਂ, ਤਾਂ ਮਹਾਰਾਜ ਕਹਿੰਦੇ ਤ੍ਰਿਗ ਹੈ ਤੇਰਾ ਜੀਵਣਾ, ਫਿਟਕਾਰਾਂ ਨੇ ਤੇਰੇ ਜੀਵਨ ਦੇ ਵਿੱਚ। ਇਹ ਤੁਸੀਂ ਰੋਜ਼ ਹੀ ਪੜ੍ਹਦੇ ਹੋ ਪਾਠ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ। ਉਹਦਾ ਜਿਉਣਾ, ਉਹਦਾ ਖਾਣਾ, ਉਹਦਾ ਪੀਣਾ, ਉਹਦਾ ਹੰਡਾਉਣਾ ਸਾਰਾ ਫਿਟਕਾਰ ਯੋਗ ਹੈ। ਇਸ ਲਈ ਕਬੀਰ ਜੀ ਨੇ ਹਲੂਣਾ ਦਿੱਤਾ। ਕਹਿਣ ਲੱਗੇ ਉੱਚਾ ਭਵਨ ਹੋਵੇ, ਧਨ ਪਦਾਰਥ ਹੋਣ, ਸਿਖਰ ਤੇ ਝੰਡੇ ਵੀ ਝੂਲਦੇ ਹੋਣ, ਉਹਦੇ ਨਾਲੋਂ ਤਾਂ ਉਹ ਮੰਗਣ ਵਾਲਾ ਜਿਹੜਾ ਹੈ ਉਹ ਚੰਗਾ, ਜਿਹੜਾ ਮਧੂਕਰੀ ਇਕੱਠੀ ਕਰਦਾ, ਮੰਗ ਕੇ ਲਿਆਂਦਾ ਹੈ। ਪਰ ਸੰਤ ਸੰਗ ਗੁਣ ਗਾਏ, ਕਮ ਸੇ ਕਮ ਸਤ ਸੰਗ ਵਿੱਚ ਉਹਦੇ ਗੁਣ ਤਾਂ ਗਾਉਂਦਾ ਹੈ, ਪਰਮੇਸ਼ਵਰ ਦੇ ਨਾਮ ਦਾ ਆਸਰਾ ਤੇ ਲੈਂਦਾ ਹੈ।
ਕਬੀਰ ਸਾਹਿਬ ਜੀ ਇਹ ਸਮਝਾਉਂਦੇ ਹਨ, ਕਬੀਰ ਪਾਟਣ ਤੇ ਉਜਰ ਭਲਾ, ਰਾਮ ਭਗਤ ਜਿਹ ਠਾਏ। ਕਬੀਰ ਸਾਹਿਬ ਜੀ ਕਹਿੰਦੇ ਇੱਕ ਹੋਰ ਹਲੂਣਾ ਦਿੱਤਾ, ਪਾਟਨ। ਪਾਟਨ ਕਹਿੰਦੇ ਆ ਸ਼ਹਿਰ ਨੂੰ। ਜਿਵੇਂ ਕਬੀਰ ਜੀ ਨੇ ਜ਼ਿਕਰ ਕੀਤਾ, ਨਹੀਂ ਪਟਨ ਨਹੀਂ ਪਾਰਖੂ। ਜਦੋਂ ਰਾਮ ਦੇ ਨਾਮ ਦਾ ਪਦਾਰਥ ਮਿਲਿਆ, ਉਹ ਕਹਿੰਦੇ ਮੈਨੂੰ ਕੋਈ ਐਸਾ ਪਟਨ ਸ਼ਹਿਰ ਮਿਲਦਾ ਹੀ ਨਹੀਂ ਪਿਆ ਜਿੱਥੇ ਇਸ ਨਾਮ ਦੀ ਕੋਈ ਕਦਰ ਕਰਨ ਵਾਲਾ ਹੋਵੇ। ਇੱਥੇ ਪਾਟਨ ਦਾ ਅਰਥ ਵੀ ਸ਼ਹਿਰ ਹੈ। ਕਹਿਣ ਲੱਗੇ ਉਹ ਸ਼ਹਿਰ ਨਾਲੋਂ ਤਾਂ ਉਜਰ ਭਲਾ, ਉਹ ਉਜਾੜ ਵਾਲੀ ਥਾਂ 100 ਗੁਣਾ ਚੰਗੀ ਹੈ। ਉਸ ਸ਼ਹਿਰ ਨਾਲੋਂ ਜਿੱਥੇ ਸਭ ਕੁਝ ਮਿਲਦੇ। ਸ਼ਹਿਰ ਤੇ ਪਿੰਡ ਵਿੱਚ ਕੀ ਫਰਕ ਹੈ? ਬੰਦਾ ਕਹਿੰਦਾ ਸ਼ਹਿਰ ਦੇ ਵਿੱਚ ਸਾਰੇ ਸੁੱਖ ਸੁਵਿਧਾ, ਸਾਰਾ ਕੁਝ ਧਨ ਪਦਾਰਥ ਬੜਾ ਸੁਖਾਲਾ ਮਿਲ ਜਾਂਦਾ ਹੈ ਤੇ ਬੜਾ ਦੁਨੀਆ ਦੇ ਵਿੱਚ ਦੇਖਦੇ ਹਾਂ ਬੜੀ ਤਰੱਕੀ ਹੋ ਗਈ। ਪਿੰਡਾਂ ਦੇ ਵਿੱਚ ਜਿਹੜਾ ਉਹ ਅਸੀਂ ਵੇਖਦੇ ਹਾਂ ਕਿ ਇੰਨਾ ਕੁਝ ਮਿਲਦਾ ਨਹੀਂ ਜੋ ਸ਼ਹਿਰਾਂ ਵਿੱਚ ਮਿਲਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਉਸ ਸ਼ਹਿਰ ਨਾਲੋਂ ਉਹ ਜਿਹੜਾ ਉਜਾੜ ਵਾਲੀ ਥਾਂ ਹੈ ਨਾ, ਜਿੱਥੇ ਬਹੁਤੇ ਲੋਕ ਵਸਦੇ ਨਹੀਂ, ਉਹਨਾਂ ਨੂੰ ਮੈਂ ਜ਼ਿਆਦਾ ਜਿਹੜਾ ਚੰਗਾ ਸਮਝਦਾ। ਕਿਉਂ ਸਮਝਦਾ? ਕਿਉਂਕਿ ਉੱਥੇ ਰਾਮ ਦੇ ਭਗਤ ਵਸਦੇ ਨੇ। ਜਿਹਨੂੰ ਆਪਾਂ ਕਹਿੰਦੇ ਨਾ ਜੰਗਲ ਵਿੱਚ ਮੰਗਲ ਲੱਗ ਗਿਆ। ਜਿੱਥੇ ਰਾਮ ਦਾ ਭਗਤ ਵਸਦਾ, ਉੱਥੇ ਭਾਵੇਂ ਇੱਕ ਹੀ ਘਰ ਹੋਵੇ, ਦੋ ਹੀ ਹੋਣ, ਭਾਵੇਂ ਕੋਈ ਵੀ ਨਾ ਹੋਵੇ, ਕੱਲਾ ਭਗਤ ਹੀ ਵਸਦਾ ਹੋਵੇ, ਉਹਦੇ ਨਾਲੋਂ ਤੇ ਉਹ ਕਈ ਗੁਣਾ ਚੰਗਾ ਹੈ। ਸ਼ਹਿਰ ਨੂੰ ਕੀ ਕਰਨਾ ਜਿੱਥੇ ਬੰਦਗੀ ਕੋਈ ਨਾ ਕਰੇ, ਜਿੱਥੇ ਨਾਮ ਕੋਈ ਨਾ ਸਿਮਰੇ, ਜਿੱਥੇ ਅੰਮ੍ਰਿਤ ਵੇਲੇ ਦਾ ਕਿਸੇ ਨੂੰ ਪਤਾ ਨਾ ਹੋਵੇ, ਜਿਹਨੂੰ ਸੇਵਾ ਕਰਨ ਦਾ ਵੀ ਨਾ ਪਤਾ ਹੋਵੇ। ਤੇ ਕਹਿਣ ਲੱਗੇ ਫਿਰ ਉਸ ਸ਼ਹਿਰ ਨੂੰ ਕੀ ਕਰਨਾ? ਉਹਦੇ ਨਾਲੋਂ ਤੇ ਉਹ ਉਜਾੜ ਵਾਲੀ ਥਾਂ ਚੰਗੀ ਹੈ ਜਿੱਥੇ ਕਮ ਸੇ ਕਮ ਰੱਬ ਦਾ ਭਗਤ ਤੇ ਰਹਿੰਦਾ ਹੈ, ਰੱਬ ਦਾ ਪਿਆਰਾ ਤੇ ਉੱਥੇ ਰਹਿੰਦਾ ਹੈ, ਕਮ ਸੇ ਕਮ ਉਹ ਬੰਦਗੀ ਤਾਂ ਕਰਦਾ ਹੈ। ਏਡਾ ਵੱਡਾ ਹਲੂਣਾ, ਏਡੀ ਵੱਡੀ ਚੋਟ ਕਬੀਰ ਸਾਹਿਬ ਜੀ ਨੇ ਦਿੱਤੀ ਹੈ। ਕਬੀਰ ਜੀ ਕਹਿੰਦੇ ਕਬੀਰ ਪਾਟਨ ਤੇ ਉਜਰ ਭਲਾ, ਸ਼ਹਿਰ ਨਾਲੋਂ ਉਹ ਉਜਾੜ ਵਾਲੀ ਥਾਂ ਜਿਹੜੀ ਹੈ ਜਿੱਥੇ ਕੋਈ ਬਹੁਤੇ ਵਸਦੇ ਨਹੀਂ, ਕਹਿੰਦੇ ਨੇ ਉਹ ਭਲਾ, ਉਹ ਚੰਗਾ ਹੈ। ਰਾਮ ਭਗਤ ਜਹ ਠਾਏ। ਠਾਏ ਦਾ ਅਰਥ ਹੁੰਦਾ ਥਾਂ, ਜਿਸ ਥਾਂ ਤੇ ਰਾਮ ਦਾ ਭਗਤ ਰਹਿੰਦਾ ਹੈ। ਇੱਥੇ ਭਗਤ ਦਾ ਤੱਤਾ ਮੁਕਤਾ ਹੈ, ਤੇ ਜਿੱਥੇ ਭਗਤ ਦਾ ਤੱਤਾ ਮੁਕਤਾ ਹੋਵੇ ਉੱਥੇ ਭਗਤ ਦੀ ਗੱਲ ਹੋ ਰਹੀ ਹੈ। ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਆ ਜਾਏਗੀ, ਉਹਦਾ ਭਗਤੀ ਅਰਥ ਹੋਏਗਾ ਵੀ ਉੱਥੇ ਭਗਤੀ ਕਰਨ ਵਾਲਾ, ਭਗਤੀ ਹੁੰਦੀ ਹੈ। ਪਰ ਇੱਥੇ ਜ਼ਿਕਰ ਭਗਤ, ਜਿੱਥੇ ਰੱਬ ਦਾ ਭਗਤ ਵਸਦਾ ਹੈ, ਜਿੱਥੇ ਰੱਬ ਦਾ ਪਿਆਰਾ ਵਸਦਾ ਹੈ, ਉਹ ਥਾਂ ਕਈ ਗੁਣਾ ਚੰਗੀ ਹੈ। ਇਸ ਲਈ ਲੋਕ ਭਾਵੇਂ ਕਹਿੰਦੇ ਹੁਣ ਵੀ ਇੱਥੇ ਉਜਾੜ ਹੈ, ਇੱਥੇ ਕੌਣ ਵਸੇਗਾ, ਇੱਥੇ ਕੌਣ ਰਹੇਗਾ, ਪਰ ਕਹਿੰਦੇ ਨਹੀਂ, ਸ਼ਹਿਰ ਨਾਲੋਂ ਤੇ ਉਹ ਉਜਰ ਭਲਾ, ਉਹ ਉਜਾੜ ਵਾਲੀ ਥਾਂ 100 ਗੁਣਾ ਚੰਗੀ ਹੈ ਜਿੱਥੇ ਰੱਬ ਦਾ ਪਿਆਰਾ ਰਹਿੰਦਾ ਹੈ, ਜਿੱਥੇ ਰੱਬ ਦਾ ਭਗਤ ਰਹਿੰਦਾ ਹੈ। ਰਾਮ ਸਨੇਹੀ ਬਹਾਰਾ, ਜਮਪੁਰ ਮੇਰੇ ਪਾਏ। ਕਬੀਰ ਸਾਹਿਬ ਕਹਿੰਦੇ ਸ਼ਹਿਰ ਬੜਾ ਸੀ, ਬੜਾ ਵੱਡਾ ਸ਼ਹਿਰ ਸੀ, ਬੜੇ ਕਰੋੜਾਂ ਦੇ ਉਹਦੇ ਵਿੱਚ ਬਿਲਡਿੰਗਾਂ ਬਣੀਆਂ ਹੋਈਆਂ, ਕਰੋੜਾਂ ਦਾ ਸਮਾਨ ਉਹਦੇ ਵਿੱਚ ਭਰਿਆ ਹੋਇਆ, ਪਰ ਪੂਰੇ ਸ਼ਹਿਰ ਦੇ ਵਿੱਚ ਕੋਈ ਵੀ ਰੱਬ ਦਾ ਪਿਆਰਾ ਨਹੀਂ। ਕੋਈ ਪੂਰੇ ਸ਼ਹਿਰ ਵਿੱਚ ਐਸਾ ਨਹੀਂ ਜਿਹੜਾ ਉਹਦਾ ਸਨੇਹੀ ਹੋਵੇ, ਉਹਦੇ ਨਾਲ ਸਨੇਹ ਕਰਨ ਵਾਲਾ, ਪਰਮੇਸ਼ਵਰ ਨਾਲ ਪਿਆਰ ਕਰਨ ਵਾਲਾ ਹੋਵੇ, ਉਹਦੇ ਨਾਲ ਪ੍ਰੀਤ ਕਰਨ ਵਾਲਾ ਹੋਵੇ। ਤੇ ਕਬੀਰ ਸਾਹਿਬ ਜੀ ਕਹਿੰਦੇ ਆ ਰਾਮ ਸਨੇਹੀ ਬਾਹਰਾ। ਰਾਮ ਪਰਮੇਸ਼ਵਰ ਜਿਹੜਾ ਰਮਿਆ ਹੋਇਆ, ਸਨੇਹੀ ਉਹਦੇ ਨਾਲ ਜਿਹੜਾ ਪਿਆਰ ਕਰਨ ਵਾਲਾ, ਨੇਹ ਕਰਨ ਵਾਲਾ। ਕਹਿੰਦੇ ਮੈਂ ਕਿਉਂ ਕਿਹਾ ਹੈ ਕਿ ਪਾਟਨ ਤੇ ਉਜਰ ਭਲਾ, ਕਿਉਂ ਕਿਹਾ ਵੀ ਉਸ ਸ਼ਹਿਰ ਨਾਲੋਂ ਉਹ ਉਜਾੜ ਵਾਲੀ ਥਾਂ ਚੰਗੀ ਹੈ ਜਿੱਥੇ ਰੱਬ ਦਾ ਭਗਤ ਬੈਠਾ ਹੈ। ਕਬੀਰ ਜੀ ਕਹਿੰਦੇ ਇਸ ਲਈ ਕਿਹਾ ਕਿਉਂਕਿ ਜਿੱਥੇ ਰੱਬ ਦਾ ਪਿਆਰਾ ਬੈਠਾ ਹੈ ਨਾ, ਉਹ ਥਾਂ 100 ਗੁਣਾ ਚੰਗੀ, ਕਿਉਂਕਿ ਉੱਥੇ ਦਾ ਆਸ-ਪਾਸ ਵਾਤਾਵਰਣ ਪਰਮੇਸ਼ਵਰ ਦੇ ਨਾਮ ਦੇ ਨਾਲ, ਕਹਿੰਦੇ ਉਹ ਖੁਸ਼ਬੂ ਦੇ ਨਾਲ ਭਰਿਆ ਹੈ। ਜਿਹੜਾ ਵੀ ਉੱਥੇ ਜਾਏਗਾ ਉਹਦੇ ਅੰਦਰ ਸੁਗੰਧੀ ਆਏਗੀ, ਉਹਦੇ ਅੰਦਰ ਦੀ ਦੁਰਗੰਧ ਵਿਕਾਰਾਂ ਵਾਲੀ ਦੂਰ ਹੋਏਗੀ। ਪਰ ਜਿੱਥੇ ਰੱਬ ਦਾ ਪਿਆਰਾ ਕੋਈ ਰਹਿੰਦਾ ਹੀ ਨਹੀਂ,
ਉਹ ਸ਼ਹਿਰ ਜਿੰਨਾ ਮਰਜ਼ੀ ਵੱਡਾ ਹੋਵੇ, ਉਸ ਸ਼ਹਿਰ ਨੂੰ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਵੀ ਇਹ ਸ਼ਹਿਰ ਤੇ ਬੜਾ ਅਮੀਰ ਹੈ, ਇੱਥੇ ਤੇ ਬੜੇ ਧਨਾੜ ਲੋਕ ਰਹਿੰਦੇ ਨੇ, ਬੜੇ ਪੜ੍ਹੇ ਲਿਖੇ ਲੋਕ ਰਹਿੰਦੇ ਨੇ, ਠੀਕ ਹੈ, ਸਮਾਜ ਵਿੱਚ ਉਹਨਾਂ ਨੂੰ ਬੜੀ ਇੱਜ਼ਤ ਮਾਣ ਜਿਹੜਾ ਪਿਆਰ ਸਤਿਕਾਰ ਮਿਲ ਰਿਹਾ, ਪਰ ਕਬੀਰ ਜੀ ਕਹਿੰਦੇ ਮੇਰੇ ਭਾਏ ਪਤਾ ਕੀ ਹੈ, ਮੇਰੇ ਭਾਣੇ ਜਾਂ ਮੇਰੀ ਸੋਚ ਦੇ ਮੁਤਾਬਕ ਕਹਿੰਦੇ RAM ਸਨੇਹੀ ਬਾਹਰਾ ਜਮਪੁਰ ਮੇਰੇ ਭਾਏ। ਮੇਰੇ ਭਾ ਦਾ ਤਾਂ ਉਹ ਜਮ ਦੀ ਪੁਰੀ ਹੈ। ਮੇਰੇ ਭਾ ਦੁਨੀਆ ਦੀ ਨਜ਼ਰ ਵਿੱਚ ਉਹ ਸ਼ਹਿਰ ਹੋ ਸਕਦਾ ਹੈ ਵੀ ਬੜਾ ਸੋਹਣਾ ਸ਼ਹਿਰ ਹੈ, ਤੇ ਕਿਹਦਾ ਦਿਲ ਨਹੀਂ ਕਰਦਾ ਸ਼ਹਿਰ ਆਉਣ ਨੂੰ ਤੇ ਸ਼ਹਿਰ ਵਿੱਚ ਰਹਿਣ ਨੂੰ, ਹਰ ਇੱਕ ਦਾ ਦਿਲ ਕਰਦਾ ਹੈ। ਪਰ ਕਬੀਰ ਜੀ ਕਹਿੰਦੇ ਆ ਮੈਨੂੰ ਤੇ ਇਦਾਂ ਲੱਗਦਾ ਜਿਵੇਂ ਜਮ ਦੀ ਪੁਰੀ ਹੈ। ਜਮ ਦੀ ਪੁਰੀ ਦਾ ਮਤਲਬ ਹੈ ਜਿੱਥੇ ਦੁੱਖ ਹੀ ਦੁੱਖ ਨੇ, ਜਿੱਥੇ ਜਮ ਦਾ ਵਾਸਾ ਹੈ, ਜਿੱਥੇ ਕਲਾ ਕਲੇਸ਼ ਹੈ। ਕਹਿੰਦੇ ਉਹ ਤੁਸੀਂ ਹੁਣ ਕਿੱਥੇ ਵਸਣਾ ਚਾਹੋਗੇ, ਕਲਾ ਕਲੇਸ਼ ਵਿੱਚ, ਦੁੱਖ ਵਿੱਚ ਵਸਣਾ ਚਾਹੋਗੇ, ਜਾਂ ਜਿੱਥੇ ਸੁੱਖ ਆਰਾਮ ਚੈਨ ਹੈ ਉੱਥੇ ਵਸਣਾ ਚਾਹੋਗੇ। ਹਾਲਤ ਪਤਾ ਕੀ ਹੈ, ਜਿਹੜੇ ਤਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ, ਚਲੋ ਅੱਜ ਤਾਂ ਵੈਸੇ ਹਰ ਥਾਂ ਤੇ ਤਰੱਕੀਆਂ ਹੋ ਗਈਆਂ, ਇੱਕ ਸਿਰਫ ਸਮਝਣ ਲਈ ਕਿ ਜਿਹੜੇ ਤਾਂ ਉੱਥੇ ਵੱਸਦੇ ਨੇ ਉਹ ਜਦੋਂ ਸ਼ਹਿਰ ਦਾ ਮਾਹੌਲ ਵੇਖਦੇ ਨੇ ਤੇ ਉਹ ਕਹਿੰਦੇ ਕਾਸ਼ ਅਸੀਂ ਵੀ ਸ਼ਹਿਰ ਵਿੱਚ ਜਾ ਕੇ ਵੱਸ ਜਾਂਦੇ। ਤੇ ਜਿਹੜੇ ਸ਼ਹਿਰ ਵਾਸੀ ਨੇ ਇਹਨਾਂ ਨੂੰ ਪੁੱਛ ਕੇ ਵੇਖੋ, ਇਹ ਕਹਿੰਦੇ ਅਸੀਂ ਤਾਂ ਸ਼ਹਿਰ ਛੱਡ ਕੇ ਇਕਾਂਤ ਵਿੱਚ ਰਹਿਣਾ ਚਾਹੁੰਦੇ ਆ। ਕਿਉਂ? ਕਿਉਂਕਿ ਪੋਲੂਸ਼ਨ ਇੰਨਾ ਜ਼ਿਆਦਾ ਹੈ, ਗੰਦਗੀ ਇੰਨੀ ਜ਼ਿਆਦਾ ਹੈ, ਵਾਤਾਵਰਨ ਮਾਹੌਲ ਇੰਨਾ ਜ਼ਿਆਦਾ ਉਹ ਇੰਨਾ ਖਰਾਬ ਹੈ, ਕਿਤੇ ਨਾ ਕਿਤੇ ਲੜਾਈ ਹੈ, ਕਿਤੇ ਝਗੜਾ ਹੈ, ਕਿਤੇ ਲੁੱਟਾਂ ਖੋਹਾਂ ਨੇ, ਕਿਤੇ ਕੁਛ ਹੈ, ਕਿਤੇ ਕੁਛ ਹੈ। ਇਹਦੇ ਨਾਲੋਂ ਸਕੂਨ ਮਿਲੇਗਾ ਕਿਤੇ ਸ਼ਾਂਤ ਮਾਹੌਲ ਵਿੱਚ ਜਾ ਕੇ, ਕੋਈ ਉੱਥੇ ਸ਼ੋਰ ਸ਼ਰਾਬਾ ਨਹੀਂ, ਕੋਈ ਰੋਲਾ ਨਹੀਂ, ਕੋਈ ਝਗੜਾ ਨਹੀਂ, ਕਮ ਸੇ ਕਮ ਸ਼ਾਂਤ ਤੇ ਰਹੇਗਾ ਨਾ ਮਾਹੌਲ, ਵਾਤਾਵਰਨ ਤੇ ਸ਼ਾਂਤ ਰਹੇਗਾ। ਹੁਣ ਜਿਹੜੇ ਮਹਿਸੂਸ ਕਰਦੇ ਨੇ ਉਹ ਇਹ ਗੱਲ ਕਹਿੰਦੇ ਨੇ, ਤੇ ਕਬੀਰ ਜੀ ਨੇ ਵੀ ਮਹਿਸੂਸ ਕੀਤਾ। ਕਬੀਰ ਜੀ ਕਹਿੰਦੇ ਆ ਵੀ ਲੋਕ ਕਹਿੰਦੇ ਆ ਵੀ ਇਹ ਸ਼ਹਿਰ ਹੈ, ਪਰ ਮੇਰੇ ਭਾ ਦਾ ਤੇ ਇਹ ਜਮ ਦੀ ਪੁਰੀ ਹੈ। ਇੱਥੇ ਜਮ ਵਸਦਾ ਹੈ। ਜਮ ਕਿੱਥੇ ਵਸਦਾ ਹੈ? ਜਿੱਥੇ ਬੰਦਗੀ ਨਾ ਹੋਵੇ। ਜਮ ਕਿੱਥੇ ਵਸਦਾ ਹੈ? ਜਿੱਥੇ ਪਰਮੇਸ਼ਵਰ ਦਾ ਨਾਮ ਨਾ ਹੋਵੇ। ਦੁੱਖ ਕਲਾ ਕਲੇਸ਼ ਕਿੱਥੇ ਹੁੰਦਾ ਹੈ? ਜਿੱਥੇ ਬੰਦਗੀ ਸਿਮਰਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਿੱਥੇ ਸਿਮਰਨ ਹੈ ਉੱਥੇ ਤਾਂ ਦੁੱਖ ਕਲਾ ਕਲੇਸ਼ ਹੁੰਦਾ ਹੀ ਨਹੀਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਉੱਥੇ ਤਾਂ ਜਮ ਜਿਹੜਾ ਨੇੜੇ ਵੀ ਨਹੀਂ ਆਉਂਦਾ। ਜਿੱਥੇ ਪਰਮੇਸ਼ਵਰ ਦਾ ਨਾਮ ਹੋਵੇ, ਜਿੱਥੇ ਉਹਦਾ ਆਸਰਾ ਤੇ ਸਹਾਰਾ ਹੋਵੇ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਹੀਂ, ਜਮ ਨਹੀਂ ਆਵੈ ਨੇਰੇ। ਪ੍ਰਤਾਪ ਤੁਮਾਰਾ ਦੇਖ ਕੇ ਜਮ, ਦੂਤ ਵੀ ਛੱਡ ਜਾਏ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਉੱਥੇ ਤਾਂ ਕਹਿਣ ਲੱਗੇ ਜਮ ਆਉਂਦਾ ਹੀ ਨਹੀਂ, ਤੇ ਜਿੱਥੇ ਜਮ ਆਉਂਦਾ ਹੀ ਨਹੀਂ ਉੱਥੇ ਜਮ ਦੀ ਪੁਰੀ ਕਿੱਥੇ ਬਣ ਜਾਏਗੀ? ਉਹ ਕਦੇ ਵੀ ਨਰਕ ਨਹੀਂ ਬਣਦਾ, ਉਹ ਤੇ ਸਦਾ ਸਵਰਗ ਵਾਲਾ ਸੁਖ ਵਾਲਾ ਜੀਵਨ ਮਈ ਸੁਖਮਈ ਬਣ ਜਾਂਦਾ ਹੈ। ਕਹਿੰਦੇ ਜਿੱਥੇ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਹੈ, ਇਸ ਲਈ ਮੈਂ ਸ਼ਹਿਰ ਨੂੰ ਜਮ ਦੀ ਪੁਰੀ ਕਵਾਂਗਾ ਕਿ ਇਹ ਤਾਂ ਜਮ ਹੈ ਦੀ ਪੁਰੀ ਹੈ, ਜਿੱਥੇ ਉਹ ਅੰਮ੍ਰਿਤ ਵੇਲੇ ਉੱਠਣ ਹੀ ਨਹੀਂ ਦਿੰਦਾ। ਅੰਮ੍ਰਿਤ ਵੇਲੇ ਜਿਹੜਾ ਉਹ ਪਰਮੇਸ਼ਵਰ ਦੇ ਨਾਮ ਨਾਲ ਜੁੜਨ ਹੀ ਨਹੀਂ ਦਿੰਦਾ, ਬੰਦਗੀ ਨਾਲ ਜੁੜਨ ਹੀ ਨਹੀਂ ਦਿੰਦਾ, ਸੰਗਤ ਨਾਲ ਜੁੜਨ ਹੀ ਨਹੀਂ ਦਿੰਦਾ, ਸੇਵਾ ਸਿਮਰਨ ਨਾਲ ਜੁੜਨ ਹੀ ਨਹੀਂ ਦਿੰਦਾ। ਆ ਜਮ ਦੀ ਪੁਰੀ ਬਣ ਗਈ ਨਾ। ਚਾਰ ਸਫੇਰੇ ਦੁੱਖ ਤੇ ਰੋਗ ਐਸਾ ਫੈਲ ਗਿਆ ਕਿ ਅੱਜ ਸੰਗਤ ਕਰਨੀ ਔਖੀ ਹੋ ਗਈ। ਗੁਰੂ ਚਰਨਾਂ ਵਿੱਚ 2 ਕਦਮ ਚੱਲ ਕੇ ਆਉਣਾ ਔਖਾ ਜਿਹੜਾ ਉਹ ਲੱਗਦਾ ਪਿਆ। ਪਰ ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਜਿੱਦਾਂ ਦਾ ਮਰਜ਼ੀ ਟਾਈਮ ਸਮਾਂ ਆ ਜਾਏ, ਤੂੰ ਪਰਮੇਸ਼ਵਰ ਦੇ ਨਾਮ ਦਾ ਆਸਰਾ ਨਹੀਂ ਛੱਡਣਾ। ਇਸ ਲਈ ਕਬੀਰ ਜੀ ਨੇ ਆਖਿਆ ਵੀ ਕਬੀਰ ਪਾਟਨ ਤੇ ਉਜਰ ਭਲਾ, ਉਹ ਉਜਾੜ ਵਾਲੀ ਥਾਂ ਚੰਗੀ ਹੈ। RAM ਭਗਤ ਜਹ ਠਾਏ, ਜਿੱਥੇ ਰੱਬ ਦਾ ਭਗਤ ਜਿਸ ਥਾਂ ਤੇ ਵਸਦਾ ਹੈ। RAM ਸਨੇਹੀ ਬਾਹਰਾ, ਤੇ ਜਿਹੜੀ ਥਾਂ ਰੱਬ ਦੇ ਪਿਆਰਿਆਂ ਤੋਂ ਬਗੈਰ ਹੋਵੇ, ਬਾਹਰ ਹੋਵੇ। ਜਮਪੁਰ ਮੇਰੇ ਭਾਏ, ਮੇਰੇ ਭਾ ਦੇ ਤੇ ਉਹ ਜਮ ਦੀ ਪੁਰੀ ਹੈ। ਇਸ ਲਈ ਯਤਨ ਕਰੀਏ, ਅਰਦਾਸ ਕਰੀਏ ਮਾਲਕ ਦੇ ਚਰਨਾਂ ਵਿੱਚ ਕਿ ਸਾਨੂੰ ਰੋਟੀ ਵੀ ਵਧੀਆ ਮਿਲੇ, ਕੱਪੜਾ ਵੀ ਵਧੀਆ ਮਿਲੇ, ਘਰ ਵੀ ਰਹਿਣ ਨੂੰ ਵਧੀਆ ਮਿਲੇ,
ਧਨ ਪਦਾਰਥ ਵੀ ਸਾਨੂੰ ਇੰਨਾ ਕੁ ਮਿਲ ਜਾਏ ਕਿ ਸਾਨੂੰ ਕਿਸੇ ਅੱਗੇ ਹੱਥ ਅੱਡ ਕੇ ਮੰਗਣ ਦੀ ਲੋੜ ਨਾ ਪਏ, ਪਰ ਇੰਨਾ ਵੀ ਨਾ ਮਿਲ ਜਾਏ ਕਿ ਸਾਨੂੰ ਸਤ ਸੰਗਤ ਭੁੱਲ ਜਾਏ। ਇੰਨਾ ਵੀ ਨਾ ਇਹਦੇ ਵਿੱਚ ਗਲਤਾਨ ਹੋ ਜਾਈਏ ਕਿ ਸਾਨੂੰ ਅੰਮ੍ਰਿਤ ਵੇਲਾ ਭੁੱਲ ਜਾਏ, ਨਾਮ ਸਿਮਰਨ ਜਿਹੜਾ ਹੈ ਉਹ ਸਾਨੂੰ ਭੁੱਲ ਜਾਏ। ਤੇ ਸਾਹਿਬ ਕਹਿੰਦੇ ਜੇ ਇਹ ਕੁਝ ਸਭ ਕੁਝ ਭੁੱਲ ਗਿਆ ਤੇ ਜਿਹੜਾ ਸਭ ਕੁਝ ਹੈ ਨਾ, ਇਹ ਸਭ ਕੁਝ ਤੇਰੇ ਲਈ ਜ਼ਹਿਰ ਬਣ ਜਾਏਗਾ। ਇਹ ਸਭ ਕੁਝ ਕਿਸੇ ਗਰੀਬ ਦੇ ਘਰ ਦੇ ਵਿੱਚ ਜਿੱਥੇ ਬੰਦਗੀ ਹੈ, ਨਾਮ ਹੈ, ਸਿਮਰਨ ਹੈ, ਉਹਦੇ ਘਰ ਦਾ ਤੂੰ ਸੁੱਕਾ ਵੀ ਖਾ ਲੇਗਾ ਨਾ, ਉਹ ਵੀ ਤੇਰੇ ਲਈ ਅੰਮ੍ਰਿਤ ਸਮਾਨ ਹੋ ਜਾਏਗਾ। ਤੇ ਜੇ ਤੂੰ ਕਿਸੇ ਸਾਕਤ ਦੇ ਘਰ, ਮਨਮੁਖ ਦੇ ਘਰ, ਜਿੱਥੇ ਸਿਮਰਨ ਨਹੀਂ, ਬੰਦਗੀ ਨਹੀਂ, ਉੱਥੇ ਤੂੰ ਜਿੰਨੇ ਮਰਜ਼ੀ ਮਿੱਠੇ ਪਕਵਾਨ ਖਾ ਲੇਗਾ ਨਾ, ਉਹ ਵੀ ਤੇਰੇ ਲਈ ਜਿਹੜਾ ਉਹ ਜ਼ਹਿਰ ਬਣ ਜਾਏਗੀ, ਉਹ ਤੇਰੇ ਲਈ ਅੰਮ੍ਰਿਤ ਬਣ ਜਾਏਗਾ। ਸਾਕਤ ਦੇ ਘਰ ਵਿੱਚ ਖਾਣਾ ਤੇਰੇ ਲਈ ਜ਼ਹਿਰ ਬਣ ਜਾਏਗਾ, ਔਰ ਕਿਸੇ ਗਰੀਬ ਦੇ ਘਰ ਜਿਹੜਾ ਹਰ ਵੇਲੇ ਵਾਹਿਗੁਰੂ 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 ਜਪ ਰਿਹਾ ਨਾ, ਉਹਦੇ ਘਰ ਦਾ ਖਾਧਾ ਹੋਇਆ ਸੁੱਕਾ ਵੀ ਤੇਰੇ ਲਈ ਅੰਮ੍ਰਿਤ ਬਣ ਜਾਏਗਾ। ਜਦੋਂ ਮਾਲਵੇ ਦੇ ਇਲਾਕੇ ਵਿੱਚ ਗਏ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੁਸੀਂ ਉਹ ਵਿਚਾਰ ਸੁਣੀ ਹੋਈ ਹੈ ਕਿ ਗੁਰੂ ਸਾਹਿਬ ਜੀ ਦੇ ਨਾਲ ਸਿੰਘ ਬਹੁਤ ਸੀ। ਇੱਕ ਪਿੰਡ ਵਿੱਚ ਚਲੇ ਗਏ ਤੇ ਸਾਰੇ ਪਿੰਡ ਵਾਲਿਆਂ ਨੇ ਆਖਿਆ, ਮਹਾਰਾਜ ਜੀ ਸਾਰਿਆਂ ਲਈ ਇੱਕੋ ਵਾਰੀ ਪ੍ਰਸ਼ਾਦ ਤਿਆਰ ਕਰਨਾ, ਲੰਗਰ ਤਿਆਰ ਕਰਨਾ, ਜਿਹੜਾ ਉਹਨੂੰ ਸਮਾਂ ਲੱਗੇਗਾ, ਤੇ ਕਿਉਂ ਨਾ ਹੋਵੇ ਵੀ ਇੱਕ ਇੱਕ ਦੋ ਦੋ ਸਿੰਘ ਜਿਹੜੇ ਨੇ ਉਹ ਤੁਸੀਂ ਸਾਰਿਆਂ ਦੇ ਘਰਾਂ ਦੇ ਵਿੱਚ ਭੇਜ ਦਿਓ ਤੇ ਸਾਰੇ ਜਿਹੜੇ ਨੇ ਉਹ ਲੰਗਰ ਛਕ ਲੈਣ। ਇਹ ਸਾਰਿਆਂ ਲਈ ਇਕੱਠਾ ਤਿਆਰ ਕਰਨਾ ਔਖਾ ਹੋ ਜਾਏਗਾ, ਸਮਾਂ ਲੱਗੇਗਾ, ਤੇ ਇੱਕ ਇੱਕ ਦੋ ਦੋ ਸਿੰਘ ਸਾਰੇ ਲੈ ਜਾਣ, ਆਪਣੇ ਆਪਣੇ ਘਰ ਛਕਾਉਣ ਲੰਗਰ ਪ੍ਰਸ਼ਾਦ। ਸਾਰਿਆਂ ਨੇ ਕਹਿੰਦੇ ਆਪਣੇ ਆਪਣੇ ਘਰ ਲੈ ਗਏ, ਤੇ ਇੱਕ ਗਰੀਬੜਾ ਸੀ ਜਿਹਦੇ ਘਰ ਵਿੱਚ ਹੈ ਹੀ ਕੁਛ ਨਹੀਂ ਸੀ, ਸੁੱਕਾ ਫਲ ਉਹਦੇ ਘਰ ਵਿੱਚ ਪਿਆ ਸੀ, ਪਰ ਹੁਣ ਉਹ ਸਾਰੇ ਪਿੰਡ ਵਾਲੇ ਲੈ ਕੇ ਗਏ ਤੇ ਉਹਨੂੰ ਵੀ ਲੈ ਕੇ ਜਾਣਾ ਪੈਣਾ ਸੀ। ਉਹ ਵੀ ਗੁਰੂ ਸਾਹਿਬ ਜੀ ਦੇ ਕਹਿਣ ਲੱਗੇ ਸਿੱਖ ਨੂੰ ਨਾਲ ਲੈ ਗਿਆ। ਘਰ ਦੇ ਵਿੱਚ ਜਾ ਕੇ ਹੁਣ ਅੱਖਾਂ ਦੇ ਵਿੱਚ ਹੰਝੂ ਕਿ ਮੈਂ ਲੈ ਤੇ ਆਇਆ, ਪਰ ਪੀਪੇ ਦੇ ਵਿੱਚ ਨਾ ਆਟਾ, ਨਾ ਘਰ ਵਿੱਚ ਦਾਣੇ ਨੇ, ਨਾ ਦਾਲ ਸਬਜ਼ੀ, ਮੈਂ ਕੀ ਖਵਾਵਾਂ ਤੇ ਕੀ ਬਣਾਵਾਂ। ਪਰ ਉਹਦੇ ਹਿਰਦੇ ਵਿੱਚ ਪਿਆਰ ਸੀ, ਉਹਦੇ ਹਿਰਦੇ ਵਿੱਚ ਸ਼ਰਧਾ ਸੀ, ਸਤਿਕਾਰ ਸੀ, ਤੇ ਪਰਮੇਸ਼ਵਰ ਦਾ ਨਾਮ ਸੀ। ਉਹਨੇ ਸੁੱਕੇ ਫਲ ਅੱਗੇ ਥਾਲੀ ਵਿੱਚ ਰੱਖ ਦਿੱਤੇ, ਤੇ ਗੁਰੂ ਕੇ ਪਿਆਰੇ ਨੇ ਵੀ, ਕਿਉਂਕਿ ਜਿਹੜਾ ਕਮਾਈ ਵਾਲਾ ਹੁੰਦਾ ਉਹਦੇ ਵਿੱਚ ਸਬਰ ਤੇ ਸੰਤੋਖ ਹੁੰਦਾ, ਉਹ ਸੁੱਕਾ ਛਕ ਕੇ ਵੀ ਕਹਿੰਦਾ ਵਾਹਿਗੁਰੂ ਤੇਰਾ ਸ਼ੁਕਰ ਹੈ। ਤੇ ਜਿਹਦੇ ਅੰਦਰ ਸਬਰ ਸੰਤੋਖ ਨਹੀਂ ਹੁੰਦਾ, ਉਹ ਬਹੁਤਾ ਛਕ ਕੇ ਵੀ ਕਹਿੰਦਾ ਵੀ ਹਜੇ ਸਵਾਦ ਨਹੀਂ ਆਇਆ। ਸਾਡੀ ਹਾਲਤ ਵੇਖੋ ਅੱਜ ਦੀ ਕੀ ਹੈ। ਤਕਰੀਬਨ ਰੋਜ਼ਾਨਾ ਹੀ ਬੇਨਤੀ ਆਪਾਂ ਜਿਹੜੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਰਹੀ ਹੈ ਕਿ ਗੁਰੂ ਦਾ ਲੰਗਰ ਸਮਝ ਕੇ ਛਕੋਗੇ ਤੇ ਅੰਦਰ ਸੰਤੋਖ ਆਏਗਾ, ਸਬਰ ਆਏਗਾ, ਸ਼ੁਕਰ ਨਿਕਲੇਗਾ। ਵਾਹਿਗੁਰੂ ਸ਼ੁਕਰ ਹੈ ਤੁਹਾਡੇ ਘਰ ਵਿੱਚੋਂ ਲੋਕ ਤਾਂ ਲੰਗਰ ਦਾ ਪ੍ਰਸ਼ਾਦਾ ਛਕਣ ਲਈ ਤਰਸਦੇ ਨੇ, ਤੇ ਸਾਡੇ ਘਰ ਘਰ ਪਹੁੰਚਦਾ, ਅਸੀਂ ਬੇਕਦਰੀ ਕਰਦੇ ਹਾਂ। ਅਸੀਂ ਕਦਰ ਨਹੀਂ ਕਰਦੇ ਵੀ ਚਲੋ ਗੁਰੂ ਘਰ ਤੋਂ ਲੰਗਰ ਤਿਆਰ ਹੋ ਕੇ ਆਇਆ, ਇਹਦਾ ਸਤਿਕਾਰ ਕਰੀਏ, ਛਕ ਲਈਏ, ਕਿਉਂਕਿ ਜੇ ਨਾ ਮਿਲੇਗਾ ਫਿਰ ਕੀ ਕਰਾਂਗੇ ਆਪਾਂ। ਦੋ ਗੱਲਾਂ ਆਪ ਜੀ ਨਾਲ ਜ਼ਰੂਰੀ ਜਿਹੜੀਆਂ ਉਹ ਕਰਨੀਆਂ ਨੇ, ਸਮਝਣੀਆਂ ਤੁਸੀਂ ਨੇ, ਜੇ ਗਲਤ ਲੱਗਣ ਤੇ ਦੱਸਣੀਆਂ ਵੀ ਨੇ। ਇੱਕ ਤਾਂ ਜਿਹੜਾ ਦੇਖੋ ਗੁਰੂ ਘਰ ਤੋਂ ਲੰਗਰ ਜਿਹੜਾ ਤਿਆਰ ਹੋ ਰਿਹਾ, ਵੱਖ-ਵੱਖ ਥਾਵਾਂ ਤੋਂ, ਇਸ ਥਾਂ ਤੋਂ ਵੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੰਗਰ ਤਿਆਰ ਹੋ ਰਿਹਾ, ਤੇ ਛਕ ਵੀ ਰਹੇ ਨੇ ਹਜ਼ਾਰਾਂ ਦੀ। ਪਰ ਕਈ ਘਰ ਐਸੇ ਨੇ ਜਿਹੜੇ ਕਹਿ ਦਿੰਦੇ ਨੇ ਕਿ ਸਾਨੂੰ ਤੁਸੀਂ ਵਧੀਆ ਤੋਂ ਵਧੀਆ ਸਬਜ਼ੀਆਂ ਤਿਆਰ ਕਰਕੇ ਲਿਆ ਕੇ ਦਿਓ। ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਸਮਾਂ ਕਿੰਨਾ ਔਖਾ ਚੱਲ ਰਿਹਾ ਹੈ, ਕਿਸ ਸਮੇਂ ਦੇ ਦੌਰ ਵਿੱਚੋਂ ਅਸੀਂ ਹਜੇ ਵੀ ਸਵਾਦਾਂ ਵਿੱਚ ਹੀ ਪਏ ਹੋਏ ਨੇ, ਹਜੇ ਵੀ ਉਹ ਰਸ ਭਾਲਦੇ ਨੇ ਕਿ ਸਾਨੂੰ ਵਧੀਆ ਵਧੀਆ ਪਕਵਾਨ। ਅਸਲ ਵਿੱਚ ਨਾ ਮਿਲ ਬਹੁਤ ਰਿਹਾ ਹੈ, ਜਿਹਦੇ ਕਰਕੇ ਉਹ ਇਹ ਸੋਚਦੇ ਨੇ ਕਿ ਅਸੀਂ ਆ ਦਾਲ ਕੀ ਕਰਨੀ ਹੈ, ਅਸੀਂ ਤੇ ਵਧੀਆ ਤੋਂ ਵਧੀਆ ਸਬਜ਼ੀ ਖਾਣੀ ਹੈ, ਪਰ ਜੇ ਇਹ ਵੀ ਨਾ ਮਿਲੇਗਾ ਫਿਰ ਕੀ ਕਰ ਲਾਂਗੇ। ਹੁਣ ਤਾਂ ਘਰ ਘਰ ਪਹੁੰਚ ਰਿਹਾ ਹੈ ਨਾ, ਤੇ ਅਸੀਂ ਘਰ ਬੈਠੇ ਵੀ ਅਸੀਂ ਜਿਹੜਾ ਉਹ ਬੇਕਦਰੀ ਕਰੀ ਜਾਈਏ, ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ। ਅਸੀਂ ਤੇ ਪ੍ਰਸ਼ਾਦਾ ਹੱਥ ਵਿੱਚ ਲੈ ਕੇ ਕਹੀਏ ਸ਼ੁਕਰ ਹੈ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਘਰ ਤੋਂ ਲੰਗਰ ਚੱਲ ਕੇ ਸਾਡੇ ਘਰ ਤੱਕ ਆ ਗਿਆ, ਤੇ ਜੇ ਨਾ ਆਉਂਦਾ ਫਿਰ ਕੀ ਬਣਨਾ ਸੀ ਸਾਡਾ।
ਅਸੀਂ ਇੱਕ ਛਕੀਏ ਦੋ ਛਕੀਏ, ਪਰ ਸਬਰ ਕਰਕੇ ਸੰਤੋਖ ਰੱਖ ਕੇ ਅੰਦਰ ਬਹੁਤੇ ਸਵਾਦਾਂ ਵਿੱਚ ਨਾ, ਇਹ ਟਾਈਮ ਬਹੁਤੇ ਸਵਾਦਾਂ ਦਾ ਨਹੀਂ ਹੈ। ਤੇ ਬਹੁਤੇ ਸਵਾਦਾਂ ਵਿੱਚ ਵੀ ਆਪਾਂ ਪੈ ਕੇ ਦੇਖ ਹੀ ਲਿਆ ਕੀ ਖੱਟਿਆ ਹੁਣ ਤੱਕ, ਬਿਮਾਰੀਆਂ ਹੀ ਲਾਈਆਂ ਨੇ ਆਪਣੇ ਪੱਲੇ, ਹੋਰ ਕੀ ਕੀਤਾ। ਜਿੰਨੇ ਜੀਵ ਦੇ ਸਵਾਦ ਵੱਧਦੇ ਗਏ ਉਹਨੇ ਪਕਵਾਨ ਵੀ ਵੱਧਦੇ ਗਏ, ਉਹਨੇ ਰਸ ਵੀ ਵੱਧਦੇ ਗਏ, ਤੇ ਜਿੰਨੇ ਪਕਵਾਨ ਰਸ ਵੱਧਦੇ ਗਏ, ਜੀਵ ਦਾ ਸਵਾਦ ਵੱਧਦਾ ਗਿਆ, ਉਹਨੇ ਹੀ ਰੋਗ ਤੇ ਬਿਮਾਰੀਆਂ ਅੰਦਰ ਪਾਲਦੇ ਰਹੇ। ਅਸੀਂ ਕੀ ਖੱਟਿਆ ਹੁਣ ਤੱਕ? ਆਪਣੇ ਅੰਦਰ ਝਾਤੀ ਮਾਰੋ, ਇੱਕ ਸਰੀਰ ਹੈ ਤੇ ਹਜ਼ਾਰਾਂ ਬਿਮਾਰੀਆਂ ਨੇ। ਅੱਜ ਨੋਟ ਕੀਤਾ ਗਿਆ ਇਸ ਗੱਲ ਨੂੰ ਕਿ ਅੱਜ ਦੇਖੋ ਕਿਸੇ ਦੀ ਸ਼ੂਗਰ ਹਾਈ ਨਹੀਂ ਹੁੰਦੀ, ਕਿਸੇ ਦਾ ਬਲੱਡ ਪ੍ਰੈਸ਼ਰ ਹਾਈ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਹੁਣ ਬਹੁਤੇ ਸਵਾਦਲੇ ਰਸ ਖਾਣ ਨੂੰ ਨਹੀਂ ਮਿਲਦੇ। ਹੁਣ ਸਾਦਾ ਭੋਜਨ ਖਾਂਦੇ ਆ, ਕਮ ਸੇ ਕਮ ਆ ਜਿਹੜੀਆਂ ਛੋਟੀਆਂ ਛੋਟੀਆਂ ਬਿਮਾਰੀਆਂ ਲੱਗੀਆਂ ਸੀ ਇਹ ਤੇ ਕੰਟਰੋਲ ਵਿੱਚ ਨੇ। ਫਿਰ ਤੁਸੀਂ ਪਕਵਾਨ ਵਧੀਆ ਖਾਣ ਲੱਗ ਜਾਓਗੇ, ਫਿਰ ਬਲੱਡ ਪ੍ਰੈਸ਼ਰ ਹਾਈ ਹੋ ਜਾਏਗਾ, ਫਿਰ ਸ਼ੂਗਰ ਵੱਧ ਜਾਏਗੀ, ਫਿਰ ਰੋਗ ਜਿਹੜੇ ਨੇ ਕੋਲੇਸਟ੍ਰੋਲ ਵੱਧ ਜਾਏਗਾ, ਹੋਰ ਛੋਟੀਆਂ ਛੋਟੀਆਂ ਬਿਮਾਰੀਆਂ। ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਸਾਡੀ ਜੀਵ ਨੇ ਸਾਡੇ ਪੱਲੇ ਕੀ ਪਾਇਆ। ਅੱਜ ਅਸੀਂ ਜਿਹੜੇ ਦੌਰ ਤੋਂ ਲੰਘ ਰਹੇ ਹਾਂ, ਸਾਨੂੰ ਜੋ ਸੁੱਕਾ ਮਿੱਸਾ ਮਿਲਦਾ ਉਹਨੂੰ ਛਕ ਕੇ ਕਹੀਏ ਵਾਹਿਗੁਰੂ ਤੇਰਾ ਸ਼ੁਕਰ ਹੈ। ਪਰ ਜਿਨ੍ਹਾਂ ਨੂੰ ਸੰਤੋਖ ਨਹੀਂ ਨਾ, ਉਹ ਤਾਂ ਫਿਰ ਲੰਗਰ ਨੂੰ ਵੀ ਠੋਕਰ ਮਾਰਦੇ ਨੇ, ਕਹਿੰਦੇ ਕੀ ਬਣਾ ਕੇ ਸਾਡੇ ਲਈ ਲਿਆਏ ਹੋ। ਪਰ ਆ ਲੰਗਰ ਵੀ ਜੇ ਤੁਸੀਂ ਛਕ ਲਓ ਨਾ, ਕਿਉਂਕਿ ਇਹ ਗੁਰੂ ਕਾ ਲੰਗਰ ਹੈ, ਇਹਨੂੰ ਛਕੋਗੇ ਕਮ ਸੇ ਕਮ ਅੰਦਰੋਂ ਵਾਹਿਗੁਰੂ ਦੀ ਆਵਾਜ਼ ਤੇ ਆਏਗੀ, ਕਮ ਸੇ ਕਮ ਅੰਦਰੋਂ ਵਾਹਿਗੁਰੂ ਦਾ ਉਚਾਰਨ ਤੇ ਤੁਹਾਡੇ, ਜੇ ਇੱਕ ਵਾਰੀ ਵੀ ਤੁਸੀਂ ਵਾਹਿਗੁਰੂ ਕਹਿ ਦਿੱਤਾ ਤੇ ਤੁਹਾਡਾ ਜੀਵਨ ਸਫਲ ਹੋ ਜਾਏਗਾ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਸਵਾਦਾਂ ਵਿੱਚ ਘਿਰੇ ਹੋਏ ਗੁਰੂ ਕੇ ਲੰਗਰ ਦੀ ਬੇਅਦਬੀ ਜਿਹੜੀ ਆ, ਬੇਕਦਰੀ ਕਰਦੇ ਹਾਂ। ਦੂਜੀ ਗੱਲ ਕਿ ਗੁਰੂ ਕੇ ਲੰਗਰ ਨੂੰ ਆਪਾਂ ਲੰਗਰ ਹੀ ਰਹਿਣ ਦਈਏ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਜਾਂ ਲੰਗਰ ਜਿਹੜਾ ਹੈ ਉਹ ਸਾਦਾ ਜਿਹਾ ਲੰਗਰ ਹੈ, ਦਾਲ ਸਬਜ਼ੀ ਪ੍ਰਸ਼ਾਦਾ ਹੈ। ਅਸੀਂ ਇਹਦੇ ਵਿੱਚ ਵੀ ਦੁਨਿਆਵੀ ਜਿਹੜੇ ਪਕਵਾਨ ਨੇ ਉਹ ਨਾ ਵਿੱਚ ਐਡ ਕਰੀਏ, ਲੰਗਰ ਨੂੰ ਲੰਗਰ ਹੀ ਰਹਿਣ ਦਈਏ। ਅਸੀਂ ਸਵਾਦਾਂ ਤੋਂ ਪਰੇ ਹਟਣਾ ਸੀ, ਅਸੀਂ ਸਵਾਦਾਂ ਦੇ ਵਿੱਚ ਨਹੀਂ ਸੀ ਪੈਣਾ। ਬੜੀ ਵਾਰ ਜ਼ਿਕਰ ਕੀਤਾ, ਬੜੀ ਵਾਰ, ਕਿ ਅਸੀਂ ਤਾਂ ਹੁਣ ਇਸ ਹੱਦ ਤੱਕ ਆ ਗਏ, ਅਸੀਂ ਤਾਂ ਗੁਰੂ ਸਾਹਿਬ ਦੇ ਨਾਮ ਤੇ ਕੇਕ ਕੱਟ ਕੇ ਵੰਡਣ ਲੱਗ ਪਏ, ਕੇਕ ਤਿਆਰ ਕਰਨ ਲੱਗ ਪਏ, ਪੀਜੇ ਤਿਆਰ ਕਰਨ ਲੱਗ ਪਏ, 버ਗਰ ਤਿਆਰ ਕਰਨ। ਇਹ ਲੰਗਰ ਵਿੱਚ ਨਹੀਂ। ਲੰਗਰ ਉਹ ਹੈ ਜਿਹਦੇ ਵਿੱਚ ਬੜੇ ਪਿਆਰ ਦੇ ਨਾਲ ਲੰਗਰ ਤਿਆਰ ਕਰਦੇ ਆ, ਪਰਮੇਸ਼ਵਰ ਦਾ ਨਾਮ ਬੰਦਗੀ ਜਿਹੜੀ ਹੈ ਸਿਮਰਨ ਨਾਲ ਕੀਤਾ ਜਾਏ। ਵਰਤਾਉਣ ਵਾਲਾ ਵੀ ਕਹੇ ਵਾਹਿਗੁਰੂ ਤੇ ਛਕਣ ਵਾਲਾ ਵੀ ਵਾਹਿਗੁਰੂ ਕਵੇ। ਤੇ ਜਿਹੜੇ ਸਵਾਦਲੇ ਅਸੀਂ ਭੋਜਨ ਐਡ ਕਰ ਦਿੱਤੇ ਨਾਲ, ਉਹਨੂੰ ਛਕ ਕੇ ਤੇ ਨਹੀਂ ਵਾਹਿਗੁਰੂ ਨਿਕਲਦਾ। ਉੱਥੇ ਵਿਕਾਰ ਪੈਦਾ ਹੁੰਦੇ ਨੇ, ਉੱਥੇ ਸਬਰ ਤੇ ਸੰਤੋਖ ਨਹੀਂ ਪੈਦਾ ਹੁੰਦਾ। ਔਰ ਦੂਸਰੀ ਗੱਲ, ਇਹਨੂੰ ਆਪਾਂ ਜਦੋਂ ਸਾਡੇ ਘਰ ਤੱਕ, ਅਸੀਂ ਇੱਥੇ ਵੀ ਦੇਖੋ ਬੈਠ ਕੇ ਪੰਗਤ, ਕਿੰਨੀ ਲੰਬੀਆਂ ਪੰਗਤਾਂ ਲੰਘਦੀਆਂ ਨੇ, ਲੰਗਰ ਛਕਦੇ ਨੇ। ਜਦੋਂ ਇੱਥੇ ਆ ਕੇ ਗੁਰਦੁਆਰਾ ਸਾਹਿਬ ਸੰਗਤ ਲੰਗਰ ਛਕਦੀ ਹੈ ਲੋੜਵੰਦ, ਤੇ ਜਦੋਂ ਘਰ ਦੇ ਵਿੱਚ ਵੀ ਲੰਗਰ ਪਹੁੰਚੇ ਤੇ ਉਹਨੂੰ ਵੀ ਇਸ ਤਰ੍ਹਾਂ ਛਕੋ ਵੀ ਜਿਵੇਂ ਅਸੀਂ ਗੁਰੂ ਕਾ ਲੰਗਰ ਛਕ ਰਹੇ ਹਾਂ। ਘਰ ਦੇ ਵਿੱਚ ਵੀ ਆਪਣਾ ਮਾਹੌਲ ਐਸਾ ਬਣਾਈਏ ਕਿ ਇਹ ਗੁਰੂ ਸਾਹਿਬ ਦੇ ਘਰ ਤੋਂ ਆਇਆ ਲੰਗਰ ਹੈ, ਇਹਨੂੰ ਆਪਾਂ ਸਾਰੇ ਬੈਠ ਕੇ ਵਾਹਿਗੁਰੂ ਕਹਿ ਕੇ ਛਕਣਾ ਹੈ। ਪਰ ਅਸੀਂ ਤੇ ਅੱਗੋਂ ਕਹਿੰਦੇ ਆ ਸਬਜ਼ੀ ਕਿਹੜੀ ਲੈ ਕੇ ਆਏ ਹੋ? ਅਸੀਂ ਅੱਗੋਂ ਪੁੱਛਦੇ ਆ ਤੁਸੀਂ ਬਣਾ ਕੇ ਕੀ ਲੈ ਕੇ ਆਏ ਹੋ? ਇਹ ਕੋਈ ਹੋਟਲ ਹੈ? ਇਹ ਕੋਈ ਢਾਬੇ ਤੋਂ ਥੋੜੀ ਆਇਆ ਜਿਹਨੂੰ ਤੁਸੀਂ ਪੁੱਛ ਰਹੇ ਹੋ ਵੀ ਕੀ ਬਣਾ ਕੇ ਲਿਆਏ ਹੋ ਤੇ ਕੀ ਬਣਾ ਕੇ ਲਿਆਉਣਾ। ਇਹ ਲੰਗਰ ਹੈ। ਇੱਥੇ ਤੇ ਇੱਕ ਵੀ ਦਾਣਾ ਜੇ ਛਕਣ ਨੂੰ ਮਿਲ ਜਾਏ ਤਾਂ ਵੀ ਅਸੀਂ ਕਹੀਏ ਵਾਹਿਗੁਰੂ ਤੇਰਾ ਸ਼ੁਕਰ ਹੈ। ਪਰ ਜੇ ਸਬਰ ਹੋਏਗਾ ਅੰਦਰ ਤਾਂ ਹੀ ਨਾ। ਇਸ ਲਈ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਮੈਂ ਤਾਂ ਸ਼ਹਿਰ ਨਾਲੋਂ ਉਸ ਉਜਾੜ ਵਾਲੀ ਥਾਂ ਨੂੰ ਚੰਗਾ ਸਮਝਦਾ ਹਾਂ ਜਿੱਥੇ ਕਮ ਸੇ ਕਮ ਰੱਬ ਦਾ ਪਿਆਰਾ ਤੇ ਬੈਠਾ ਹੈ, ਕਮ ਸੇ ਕਮ ਸਬਰ ਤੇ ਸੰਤੋਖ ਵਾਲਾ ਤੇ ਬੈਠਾ ਹੈ, ਕਮ ਸੇ ਕਮ ਬੰਦਗੀ ਕਰਨ ਵਾਲਾ ਤੇ ਬੈਠਾ ਹੈ। ਉਸ ਸ਼ਹਿਰ ਨੂੰ ਕੀ ਕਰਨਾ ਜਿੱਥੇ ਕੋਈ ਬੰਦਗੀ ਕਰਨ ਵਾਲਾ ਹੀ ਨਾ ਹੋਵੇ। ਉੱਚੇ ਉੱਚੇ ਅਹੁਦੇਦਾਰ ਜਿਹੜੇ ਆ ਉਹ ਕੀ ਕਰਨੇ ਜੇ ਅੰਦਰ ਨਾਮ ਦਾ ਸਿਮਰਨ ਹੀ ਨਾ ਹੋਵੇ। ਅਸੀਂ ਉੱਚੀ ਉੱਚੀ ਬਿਲਡਿੰਗਾਂ ਨੂੰ ਕੀ ਕਰਨਾ ਜੇ ਅੰਦਰ ਬੰਦਗੀ ਨਾ ਹੋਵੇ। ਜੇ ਆ ਤਨ ਹੈ, ਇਹ ਵੀ ਘਰ ਹੈ ਨਾ, ਇਸ ਘਰ ਤੇ ਤੁਸੀਂ ਰੇਸ਼ਮੀ ਬਸਤਰ ਪਾ ਲਓ, ਸੋਹਣੇ ਸੋਹਣੇ ਇਹਨੂੰ ਸੋਨੇ ਚਾਂਦੀ ਨਾਲ ਲੱਦ ਲਓ,
ਕੀ ਫਾਇਦਾ ਜੇ ਇਸ ਤਨ ਦੇ ਅੰਦਰ ਪਰਮੇਸ਼ਵਰ ਦਾ ਨਾਮ ਹੀ ਨਹੀਂ ਸਿਮਰਿਆ ਜਾਂਦਾ। ਫਿਰ ਇਸ ਬਾਡੀ ਨੂੰ ਆਪਾਂ ਕੀ ਕਰਾਂਗੇ? ਇਹ ਤੇ ਇੱਕ ਦਿਨ ਖਾਕ ਹੋ ਜਾਣੀ ਹੈ, ਇਹ ਤੇ ਇੱਕ ਦਿਨ ਰਾਖ ਹੋ ਜਾਣੀ ਹੈ। ਇਸ ਲਈ ਕਬੀਰ ਸਾਹਿਬ ਜੀ ਕਹਿੰਦੇ ਨੇ, ਮੈਨੂੰ ਤੇ ਇਦਾਂ ਲੱਗਦਾ ਜਿਵੇਂ ਉਹ ਜੰਮ ਦੀ ਪੁਰੀ ਹੈ, ਜਿਸ ਪੁਰੀ ਵਿੱਚ ਜੰਮ ਘੁੰਮਦਾ ਪਿਆ, ਦੁੱਖ ਰੋਗ ਕਲਾ ਕਲੇਸ਼ ਇਹ ਵਿਕਾਰ ਘੁੰਮਦੇ ਪਏ ਨੇ। ਮੈਨੂੰ ਉਸ ਸ਼ਹਿਰ ਦੇ ਵਿੱਚ ਜੰਮ ਨਜ਼ਰ ਆਉਂਦਾ। ਰਾਮ ਸਨੇਹੀ ਬਾਹਰਾ ਜੰਮਪੁਰ ਮੇਰੇ ਭਾਏ। ਮੇਰੇ ਭਾ ਦਾ ਉਹ ਸ਼ਹਿਰ ਨਹੀਂ, ਉਹ ਤਾਂ ਜੰਮ ਦੀ ਪੁਰੀ ਹੈ। ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ। ਕਬੀਰ ਜੀ ਕਹਿੰਦੇ ਆ, ਲੋਕ ਸੁੱਖ ਲੈਣ ਵਾਸਤੇ, ਪਵਿੱਤਰ ਹੋਣ ਵਾਸਤੇ ਕੋਈ ਗੰਗਾ ਤੇ ਤੁਰਿਆ ਜਾਂਦਾ ਹੈ ਤੇ ਕੋਈ ਜਮਨਾ ਤੇ ਤੁਰਿਆ ਜਾਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ, ਮੈਂ ਗੰਗ ਜਮਨ ਕੇ ਅੰਤਰੇ, ਗੰਗਾ ਤੇ ਜਮਨਾ ਦੇ ਅੰਦਰ ਵਿਚਕਾਰ ਆਪਣੀ ਉਹ ਥਾਂ ਬਣਾ ਲਈ ਜਿਸ ਥਾਂ ਮੁਕਾਮ ਤੇ ਮੈਂ ਪਹੁੰਚਣਾ ਸੀ। ਇਹਨੂੰ ਸਮਝਣ ਲਈ ਥੋੜਾ ਜਿਹਾ ਆਪਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ, ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਵੱਲ ਝਾਤ ਮਾਰ ਲਈਏ। ਇਤਿਹਾਸ ਤੁਸੀਂ ਜਾਣਦੇ ਹੋ, ਭਾਈ ਲਹਿਣਾ ਜੀ ਕਿੰਨੇ ਸਾਲ ਜਾਂਦੇ ਰਹੇ ਯਾਤਰਾ ਤੇ, ਲੰਘ ਕੇ ਕਿੱਥੋਂ ਜਾਂਦੇ ਸੀ? ਕਰਤਾਰਪੁਰ। ਕਰਤਾਰਪੁਰ ਦੇ ਵਿੱਚ ਕੌਣ ਹੈ? ਧੰਨ ਗੁਰੂ ਨਾਨਕ ਸਾਹਿਬ। ਬਾਹਰੋਂ ਹੀ ਲੰਘਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ, ਕਿੰਨੀ ਵਾਰ ਯਾਤਰਾ ਕਰਦੇ ਰਹੇ, ਪਰ ਅੱਜ ਕਰਤਾਰਪੁਰ ਦੇ ਅੰਦਰ ਚਲੇ ਗਏ। ਜਦੋਂ ਅੰਦਰ ਗਏ ਤੇ ਬਾਹਰ ਆ ਕੇ ਆਪਣੇ ਸਾਥੀਆਂ ਨੂੰ ਕਹਿੰਦੇ, ਸਾਥੀਓ ਹੁਣ ਮੈਂ ਅੱਗੇ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਜਿਹੜੀ ਮੰਜ਼ਿਲ ਤੇ ਮੈਂ ਹੁਣ ਤੱਕ ਤੁਹਾਡੇ ਨਾਲ ਜਾਂਦਾ ਰਿਹਾ ਨਾ, ਉਹ ਅਧੂਰੀ ਸੀ। ਅੱਜ ਮੈਨੂੰ ਪੂਰੀ ਮੰਜ਼ਿਲ ਮਿਲ ਗਈ। ਹੁਣ ਇਹਨੂੰ ਛੱਡ ਕੇ ਮੈਂ ਕਿਸੇ ਹੋਰ ਥਾਂ ਨਹੀਂ ਜਾ ਸਕਦਾ। ਇਹ ਥਾਂ ਤੇ ਮੈਂ ਲੱਭਦਾ ਪਿਆ ਸੀ ਕਿ ਮੈਨੂੰ ਇਹ ਥਾਂ ਮਿਲ ਜਾਏ, ਅੱਜ ਮੈਨੂੰ ਪੂਰਾ ਮਿਲ ਗਿਆ। ਅੱਜ ਮੈਨੂੰ ਅਧੂਰੇ ਕੋਲ ਜਾਣ ਦੀ ਲੋੜ ਨਹੀਂ। ਸਮਝ ਆ ਗਈ ਭਾਈ ਲਹਿਣਾ ਜੀ ਨੂੰ, ਜੁੜ ਗਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ। ਜਿਹੜੀ ਯਾਤਰਾ ਜਾਂਦੇ ਸੀ, ਉਹ ਯਾਤਰਾ ਰੁਕ ਕੇ ਅੰਦਰ ਦੀ ਯਾਤਰਾ ਸ਼ੁਰੂ ਹੋ ਗਈ। ਗੁਰੂ ਅਮਰਦਾਸ ਮਹਾਰਾਜ ਜੀ ਕਿੰਨੀ ਵਾਰ ਗੰਗਾ ਤੇ ਜਾਂਦੇ ਰਹੇ? 19 ਵਾਰ ਦਾ ਜ਼ਿਕਰ ਤੇ ਆਉਂਦਾ ਨਾ ਵੀ ਇੰਨੀ ਵਾਰ ਬਾਹਰ ਦੀ ਯਾਤਰਾ ਕੀਤੀ ਹੈ, ਪਰ ਅਧੂਰੀ ਕੀਤੀ। ਅੱਜ ਇੱਕ ਯਾਤਰਾ ਹੋਰ ਕੀਤੀ, ਜਿਹੜੀ ਯਾਤਰਾ ਗੁਰੂ ਅੰਗਦ ਦੇਵ ਜੀ ਵੱਲ ਜਾਂਦੀ ਸੀ, ਖਡੂਰ ਸਾਹਿਬ। ਜਦੋਂ ਉਹ ਯਾਤਰਾ ਕੀਤੀ, ਖਡੂਰ ਸਾਹਿਬ ਪਹੁੰਚੇ, ਗੁਰੂ ਦਾ ਦਰਸ਼ਨ ਕੀਤਾ ਤੇ ਕਹਿਣ ਲੱਗੇ, ਬਸ ਹੁਣ ਜਿਹੜੀ ਯਾਤਰਾਵਾਂ ਤੇ ਜਾਂਦਾ ਸੀ ਉਹ ਬੰਦ, ਆਹ ਯਾਤਰਾ ਸ਼ੁਰੂ ਹੋ ਗਈ, ਕਿਉਂਕਿ ਇਹ ਮੈਨੂੰ ਮੰਜ਼ਿਲ ਤੱਕ ਲੈ ਜਾਏਗੀ। ਉਹ ਬਾਹਰ ਦੀ ਯਾਤਰਾ ਸੀ, ਇਹ ਅੰਦਰ ਦੀ ਯਾਤਰਾ ਹੈ। ਬਸ ਹੁਣ ਥੋੜਾ ਜਿਹਾ ਸਮਝਣਾ ਗੰਗਾ ਕੀ ਹੈ ਤੇ ਜਮਨਾ ਕੀ ਹੈ। ਗੰਗਾ ਤੇ ਇਹ ਨਹੀਂ ਵੀ ਕਬੀਰ ਜੀ ਕਹਿੰਦੇ ਮੈਂ ਗੰਗਾ ਤੇ ਜਮਨਾ ਦੇ ਵਿਚਕਾਰ ਇੱਕ ਥਾਂ ਲੱਭ ਲਿਆ, ਨਹੀਂ। ਅਸਲ ਦੇ ਵਿੱਚ ਸਾਡਾ ਜਿਹੜਾ ਮਨ ਤੇ ਚਿੱਤ ਹੈ, ਧਿਆਨ ਰੱਖਿਓ, ਮਨ ਔਰ ਚਿੱਤ। ਮਨ ਜਮਨਾ ਹੈ ਤੇ ਚਿੱਤ ਗੰਗਾ ਹੈ। ਗੰਗਾ ਨੂੰ ਆਪਾਂ ਪਵਿੱਤਰ ਮੰਨਦੇ ਆ ਨਾ, ਤੇ ਚਿੱਤ ਜਿਹੜਾ ਹੈ ਇਹ ਬਿਲਕੁਲ ਸਾਫ਼ ਹੈ। ਮੈਲਾ ਕੀ ਹੋ ਜਾਂਦਾ ਹੈ? ਕਾਲਾ ਕਿਹੜਾ ਹੋ ਜਾਂਦਾ ਹੈ? ਕਹਿੰਦੇ ਜਮਨਾ ਦਾ ਪਾਣੀ ਕਿਤੇ ਨਾ ਕਿਤੇ ਕਾਲਾ ਹੋ ਜਾਂਦਾ ਨਾ। ਕਹਿੰਦੇ ਇਸੇ ਤਰ੍ਹਾਂ ਮਨ ਕੀ ਹੈ? ਮਨ ਕਾਲਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਵਾ ਸ਼ਾ। ਚਿੱਤ ਪਵਿੱਤਰ ਹੈ, ਚਿੱਤ ਜਿਹੜਾ ਉਹ ਸਾਫ਼ ਸੁਥਰਾ ਹੈ, ਕਿਉਂਕਿ ਚਿੱਤ ਮਨ ਨੂੰ ਕਹਿੰਦਾ ਰਹਿੰਦਾ ਆਪਣੀ ਕਾਲਖ ਨੂੰ ਧੋ ਲੈ, ਸਾਫ਼ ਸੁਥਰਾ ਹੋ ਜਾ। ਜੇ ਤੂੰ ਇਦਾਂ ਹੀ ਕਾਲਖ ਲੈ ਕੇ ਤੁਰਿਆ ਰਿਹਾ, ਫਿਰ ਸੰਗਮ ਮਿਲਾਪ ਨਹੀਂ ਹੋਣਾ, ਫਿਰ ਇਹ ਮਿਲਾਪ ਨਹੀਂ ਹੋਣਾ। ਜੋਗੀਆਂ ਦੀ ਅਵਸਥਾ ਦੇ ਵਿੱਚ ਇਹ ਜਿਹੜਾ ਗੰਗਾ ਤੇ ਜਮਨਾ, ਇਹਨੂੰ ਈੜਾ ਤੇ ਪਿੰਗਲਾ ਕਹਿੰਦੇ ਨੇ। ਦੋ ਨਾੜੀਆਂ ਨੇ ਨਾ, ਇੱਕ ਇਹ ਈੜਾ ਤੇ ਇੱਕ ਪਿੰਗਲਾ। ਇਹਨਾਂ ਦੋ ਨਾੜੀਆਂ ਦੇ ਵਿੱਚ ਸਾਹ ਲੈਂਦੇ ਨੇ ਜੋਗੀ ਜਿਹੜੇ ਹੁੰਦੇ ਨੇ। ਉਹ ਯੋਗ ਸਾਧਨਾ ਕਰਕੇ ਕਹਿੰਦੇ ਮਸਤਕ ਦੇ ਵਿਚਕਾਰ ਇੱਕ ਤੀਸਰੀ ਨਾੜੀ ਹੁੰਦੀ ਹੈ, ਉਹਦੇ ਵਿੱਚ ਆਪਣੇ ਸਵਾਸ ਰੋਕ ਲੈਂਦੇ ਨੇ। ਉਸ ਮੁਤਾਬਕ, ਜੋਗੀਆਂ ਦੇ ਮੁਤਾਬਕ, ਬਾਹਰ ਦੇ ਮੁਤਾਬਕ ਇੱਕ ਜਮਨਾ ਤੇ ਇੱਕ ਗੰਗਾ ਹੈ। ਔਰ ਕਹਿਣ ਲੱਗੇ ਜਿਹੜਾ ਅਧਿਆਤਮਕ ਤਲ ਤੇ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖੀਏ, ਇੱਕ ਚਿੱਤ ਹੈ ਤੇ ਇੱਕ ਮਨ ਹੈ। ਚਿੱਤ ਮਨ ਨੂੰ ਹਰ ਵੇਲੇ ਕਹਿੰਦਾ ਰਹਿੰਦਾ ਹੈ, ਮਨਾ ਤੂੰ ਬੰਦਗੀ ਕਰ ਲੈ, ਨਾਮ ਸਿਮਰ ਲੈ। ਜੇ ਤੂੰ ਆਪਣੇ ਮੂਲ ਨਾਲ ਜੁੜਨਾ ਚਾਹੁੰਦਾ, ਜਿੱਥੋਂ ਵਿਚਾਰ ਸ਼ੁਰੂ ਕੀਤੀ ਸੀ, ਫਿਰ ਧਿਆਨ ਦੇਣਾ ਵੀ ਅਸੀਂ ਮੂਲ ਨਾਲੋਂ ਟੁੱਟ ਗਏ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ,
ਪਛਾਣ। ਇਹ ਕੌਣ ਕਹਿ ਰਿਹਾ ਹੈ? ਇਹ ਚਿੱਤ ਕਹਿ ਰਿਹਾ। ਚਿੱਤ ਕਹਿ ਰਿਹਾ ਕਿ ਮਨ ਤੂੰ ਆਪਣੇ ਮੂਲ ਨਾਲੋਂ ਟੁੱਟ ਚੁੱਕਾ ਹੈ। ਆ ਤੂੰ ਮੂਲ ਨਾਲ ਜੁੜੇਗਾ ਤਾਂ ਤੂੰ ਪਵਿੱਤਰ ਹੋ ਸਕਦਾ ਹੈ। ਬਾਹਰ ਦੀ ਗੰਗਾ 'ਚ ਜਿੰਨਾ ਮਰਜ਼ੀ ਚੁੱਭੀ ਲਾ ਲਓ, ਮਨ ਨਹੀਂ ਪਵਿੱਤਰ ਹੋਣਾ। ਤੀਰਥਾਂ ਦੇ ਕੰਢੇ ਤੇ ਜਿੰਨਾ ਮਰਜ਼ੀ ਬੈਠੇ ਰਹੋ। ਕਿੰਨੀ ਵਾਰ ਆਪਾਂ ਇਹ ਵੀ ਵਿਚਾਰ ਚੁੱਕੇ ਹਾਂ ਕਿ ਮਨ ਕਾਮਨਾ ਤੀਰਥ ਦੇ ਛੁਟੇ ਗਰਭ ਗੁਮਾਨ, ਨਾ ਮਨ ਤੇ ਹੁਟੈ ਸੋਚ ਕਰੇ ਦਿਨਸ ਅਰ ਰਾਤ। ਮਨ ਕੀ ਮੈਲ ਨਾ ਤਨ ਤੇ ਜਾਤ। ਤਨ ਕਰਕੇ ਮਨ ਦੀ ਮੈਲ ਜਾਣੀ ਕੋਈ ਨਹੀਂ। ਅਸੀਂ ਬਾਹਰੋਂ ਜਿੰਨਾ ਮਰਜ਼ੀ ਜੰਗਲ ਖੋਜ ਲਈਏ, ਪਹਾੜ ਖੋਜ ਲਈਏ, ਤੀਰਥਾਂ ਨੂੰ ਖੋਜ ਲਈਏ, ਪਰ ਉਸ ਮੁਕਾਮ ਤੇ ਨਹੀਂ ਪਹੁੰਚ ਸਕਦੇ ਜਿਸ ਮੁਕਾਮ ਤੇ ਕਬੀਰ ਜੀ ਪਹੁੰਚ ਗਏ। ਨਾ ਉਹ ਰਿਸ਼ੀ ਮੁਨੀ ਪਹੁੰਚ ਸਕੇ, ਨਾ ਕਹਿਣ ਲੱਗੇ ਆ ਜੋਗੀ ਪਹੁੰਚ ਸਕੇ, ਕਿਉਂਕਿ ਇਹ ਤਨ ਦੀ ਖੇਡ ਲੈ ਕੇ ਚੱਲੇ ਨੇ। ਕਬੀਰ ਜੀ ਕਹਿੰਦੇ ਮੈਂ ਮਨ ਦੀ ਖੇਡ ਬਣਾ ਕੇ ਆਪਣੇ ਮੁਕਾਮ ਤੇ ਪਹੁੰਚਿਆ। ਧਿਆਨ ਦੇ ਕੇ ਸਮਝਿਓ। ਪਹਿਲੀ ਗੱਲ, ਮਨ ਜਮਨਾ ਔਰ ਚਿੱਤ ਗੰਗਾ। ਹੁਣ ਇਹਨਾਂ ਦੋਵਾਂ ਦੇ ਵਿਚਕਾਰ ਕੀ ਹੈ? ਇੱਕ ਰਸਤਾ ਕਿੱਥੇ ਜਾਂਦਾ ਹੈ? ਉਹ ਰਸਤਾ ਜਾਂਦਾ ਹੈ ਆਤਮਿਕ ਜੋਤ ਵੱਲ। ਜਿਹੜੀ ਸਾਡੀ ਅਧਿਆਤਮਿਕ ਅਵਸਥਾ ਹੈ ਨਾ, ਉਸ ਅਧਿਆਤਮਿਕ ਅਵਸਥਾ ਤੇ ਪਹੁੰਚਣਾ ਹੈ। ਹੁਣ ਪਹੁੰਚਣਾ ਕਿਵੇਂ ਹੈ? ਮਨ ਤੇ ਚਿੱਤ ਨੂੰ ਨਾਲ ਲੈ ਕੇ, ਦੋਵਾਂ ਨੂੰ ਸੱਜੇ ਖੱਬੇ ਲੈ ਕੇ। ਜੋਗੀਆਂ ਨੇ ਕੀ ਕੀਤਾ? ਈੜਾ ਲੈ ਲਿਆ, ਇੱਕ ਪਿੰਗਲਾ ਲੈ ਲਿਆ। ਗੁਰੂ ਨਾਨਕ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਨਹੀਂ ਕਹਿੰਦੀ ਕਿ ਗੁਰੂ ਕੇ ਸਿੱਖੋ ਇੱਥੇ ਆਓ, ਆ ਕੇ ਤੁਸੀਂ ਇੱਕ ਨਾਸਿਕਾ ਤੋਂ ਛਾਹ ਚੜਾਓ ਤੇ ਦੂਜੀ ਤੋਂ ਸਾਹ ਕੱਢੋ। ਨਹੀਂ, ਕਹਿੰਦੇ ਨਾਰਮਲ ਆ ਕੇ ਬੈਠੋ, ਚੌਂਕੜਾ ਮਾਰ ਕੇ ਬੈਠੋ ਤੇ ਬੈਠ ਕੇ ਗੁਰਬਾਣੀ ਨੂੰ ਧਿਆਨ ਲਾ ਕੇ ਸੁਣੋ। ਉਹਦੇ ਵਿੱਚ ਮਨ ਔਰ ਚਿੱਤ, ਇੱਕ ਨੂੰ ਖੱਬੇ ਲੈ ਲਓ, ਇੱਕ ਨੂੰ ਸੱਜੇ ਲੈ ਲਓ ਤੇ ਸੁਰਤ ਕਰਕੇ ਅਧਿਆਤਮਕ ਮੰਡਲ ਤੇ ਪਹੁੰਚੋ। ਹੁਣ ਕਬੀਰ ਜੀ ਦੇ ਸ਼ਲੋਕ ਵੱਲ ਧਿਆਨ ਦੇਣਾ। ਕਬੀਰ ਗੰਗ ਜਮਨ ਕੇ ਅੰਤਰੇ, ਅੰਤਰੇ ਦਾ ਅਰਥ ਵਿਚਕਾਰ, ਗੰਗਾ ਤੇ ਜਮਨਾ ਦੇ ਵਿਚਕਾਰ, ਚਿੱਤ ਔਰ ਮਨ ਦੇ ਵਿਚਕਾਰ। ਕਹਿੰਦੇ ਜਦੋਂ ਮੈਂ ਚੱਲਿਆ ਸੁਰਤ ਕਰਕੇ, ਸਹਿਜ ਸੁਣ ਕੇ ਘਾਟ, ਮੈਂ ਸਹਿਜ ਅਵਸਥਾ ਵਿੱਚ, ਅਡੋਲਤਾ ਵਿੱਚ ਪਹੁੰਚ ਗਿਆ ਜਿੱਥੇ ਕੋਈ ਫੁਰਨਾ ਹੀ ਨਹੀਂ ਉੱਠਦਾ। ਸੁੰਨ ਦਾ ਅਰਥ ਕੀ ਹੁੰਦਾ ਹੈ? ਸੁੰਨ ਦਾ ਅਰਥ ਹੈ ਜਿਵੇਂ ਕੋਈ ਚੀਜ਼ ਸੁੰਨ ਹੋ ਜਾਣੀ, ਪਤਾ ਹੀ ਨਹੀਂ ਲੱਗਣਾ। ਆ ਹੱਥ ਬਾਂਹ ਨੂੰ ਟੀਕਾ ਲਾ ਦਿਓ, ਇੰਜੈਕਸ਼ਨ, ਸੁੰਨ ਹੋ ਜਾਏ, ਭਾਵੇਂ ਇਹਨੂੰ ਚੀਰਾ ਦੇਈ ਜਾਓ, ਪਤਾ ਹੀ ਨਹੀਂ ਲੱਗਦਾ। ਚੀਰ ਫਾੜ ਕਰੀ ਜਾਓ, ਸੁੰਨ ਕਰਕੇ ਪਤਾ ਹੀ ਨਹੀਂ ਲੱਗਦਾ, ਦਰਦ ਪੀੜਾ ਹੁੰਦੀ ਨਹੀਂ। ਕਬੀਰ ਜੀ ਕਹਿੰਦੇ ਮੈਂ ਉਹ ਸਹਿਜ ਅਵਸਥਾ 'ਚ ਪਹੁੰਚ ਗਿਆ ਜਿੱਥੇ, ਉਸ ਘਾਟ ਤੇ ਪਹੁੰਚ ਗਿਆ ਜਿੱਥੇ ਸੁੰਨ ਅਵਸਥਾ, ਜਿੱਥੇ ਦੁੱਖ ਸੁੱਖ ਨਹੀਂ ਵਿਆਪਦਾ। ਜਿਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇਹ ਉਹ ਅਵਸਥਾ ਹੈ ਸਹਿਜ ਸੁੰਨ, ਜਿੱਥੇ ਮਾਨ ਅਪਮਾਨ ਕੁਛ ਵੀ ਨਹੀਂ, ਵਾਧਾ ਘਾਟਾ ਆਸਾ ਮਨਸਾ ਕੁਛ ਵੀ ਨਹੀਂ ਹੈ। ਕਬੀਰ ਜੀ ਕਹਿੰਦੇ ਮੈਂ ਉਸ ਘਾਟ ਤੇ ਪਹੁੰਚ ਗਿਆ। ਚਿੱਤ ਨੂੰ ਔਰ ਮਨ ਨੂੰ ਗੰਗਾ ਤੇ ਜਮਨਾ ਦੇ ਵਿਚਕਾਰ, ਸੁਰਤ ਨੂੰ ਲਿਜਾ ਕੇ ਉਸ ਸਹਿਜ ਅਡੋਲਤਾ ਅਵਸਥਾ ਵਿੱਚ, ਜਿੱਥੇ ਕੋਈ ਮਾਇਆਵੀ ਫੁਰਨਾ ਪੈਦਾ ਨਹੀਂ ਹੁੰਦਾ ਹੈ। ਤਹਾਂ ਕਬੀਰੈ ਮਟ ਕੀਆ, ਖੋਜਤ ਮਨ ਜਨ ਬਾਟ। ਕਬੀਰ ਜੀ ਕਹਿੰਦੇ ਮੈਂ ਆਪਣਾ ਮੱਟ ਉੱਥੇ ਬਣਾ ਲਿਆ। ਮੱਟ ਦਾ ਅਰਥ ਹੁੰਦਾ ਅਸਥਾਨ, ਰਹਿਣ ਵਾਲਾ। ਮੈਂ ਆਪਣਾ ਅਸਥਾਨ ਉੱਥੇ ਬਣਾ ਲਿਆ। ਉਹ ਕੀ ਸੀ? ਆਤਮਿਕ ਜੋਤ। ਮੈਂ ਆਪਣੇ ਆਤਮਿਕ ਮੰਡਲ ਦੇ ਵਿੱਚ, ਅਧਿਆਤਮਿਕ ਮੰਡਲ ਵਿੱਚ ਪਹੁੰਚ ਕੇ ਮੈਂ ਆਪਣਾ ਮੱਟ ਜਿਹੜਾ ਸੀ ਉੱਥੇ ਬਣਾ ਲਿਆ। ਕਹਿੰਦੇ ਜਿਸ ਥਾਂ ਨੂੰ ਖੋਜਤ ਮੁਨ ਜਨ ਬਾਟ, ਬਾਟ ਕਹਿੰਦੇ ਰਸਤਾ। ਮੈਂ ਉਹ ਰਸਤਾ ਲੱਭ ਕੇ ਪਹੁੰਚ ਗਿਆ ਜਿਸ ਰਸਤੇ ਨੂੰ ਬੜੇ ਬੜੇ ਰਿਸ਼ੀ ਮੁਨੀ ਲੱਭਦੇ ਪਏ ਨੇ, ਜਿਸ ਰਸਤੇ ਨੂੰ ਬੜੇ ਬੜੇ ਜੋਗੀ ਲੱਭਦੇ ਪਏ ਨੇ, ਬੜੇ ਬੜੇ ਫਕੀਰ ਲੱਭਦੇ ਪਏ ਨੇ। ਕਹਿਣ ਲੱਗੇ ਬਾਹਰੋਂ ਜਿਹੜੇ ਧਰਮ ਦਾ ਭੇਖ ਬਣਾ ਕੇ ਕੋਈ ਪਹਾੜਾਂ ਤੇ, ਕੋਈ ਜੰਗਲਾਂ ਤੇ, ਕੋਈ ਕਿਤੇ ਕਿਤੇ ਲੱਭਦਾ ਪਿਆ, ਮੈਂ ਉਹ ਲੱਭ ਕੇ ਉੱਥੇ ਆਪਣਾ ਟਿਕਾਣਾ ਬਣਾ ਲਿਆ। ਮੈਂ ਆਪਣੇ ਉਸ ਮੂਲ ਨਾਲ ਜੁੜ ਕੇ ਉਸ ਮੂਲ ਤੱਕ ਪਹੁੰਚ ਗਿਆ। ਹੁਣ ਮੈਨੂੰ ਬਾਹਰ ਦਾ ਦੁੱਖ ਸੁੱਖ, ਇਹ ਵਾਧਾ ਘਾਟਾ, ਖੁਸ਼ੀ ਗਮੀ, ਮਾਨ ਅਪਮਾਨ, ਇਹ ਕੁਛ ਨਹੀਂ ਵਿਆਪਦਾ, ਕਿਉਂਕਿ ਮੈਂ ਜਿੱਥੇ ਪਹੁੰਚਣਾ ਸੀ ਮੈਂ ਉੱਥੇ ਪਹੁੰਚ ਗਿਆ। ਇਸ ਲਈ ਕਬੀਰ ਜੀ ਨੇ ਇਹ ਜ਼ਿਕਰ ਕੀਤਾ ਕਿ ਤਹਾਂ ਕਬੀਰੈ ਮਟ ਕੀਆ, ਮੈਂ ਉੱਥੇ ਆਪਣਾ ਮੱਟ ਰਹਿਣ ਲਈ ਥਾਂ ਟਿਕਾਣਾ ਬਣਾ ਲਿਆ। ਖੋਜਤ ਮੁਨ ਜਨ ਬਾਟ, ਜਿੱਥੇ ਰਿਸ਼ੀ ਮੁਨੀ ਜਿਹੜੇ ਨੇ, ਉਹ ਬੜੇ ਬੜੇ ਸਾਧੂ ਜਨ ਜੋਗੀ, ਉਹ ਲੱਭਦੇ ਪਏ ਨੇ, ਮੈਨੂੰ ਉਹ ਰਸਤਾ ਮਿਲ ਗਿਆ। ਤੁਸੀਂ ਵੀ ਉਹ ਰਸਤਾ ਜੇ ਅਪਣਾ ਕੇ
ਆਪਣੀ ਮੰਜ਼ਲ ਮੁਕਾਮ ਤੇ ਪਹੁੰਚਣਾ ਚਾਹੁੰਦੇ ਹੋ, ਦੁੱਖ ਸੁੱਖ ਤੋਂ ਨਿਆਰਾ ਹੋਣਾ ਚਾਹੁੰਦੇ ਹੋ, ਤਾਂ ਫਿਰ ਆਪਣੇ ਚਿੱਤ ਤੇ ਮਨ ਨੂੰ ਦੇ ਵਿਚਕਾਰ ਸੁਰਤ ਨੂੰ ਲੈ ਕੇ ਤੁਸੀਂ ਨਾਮ ਦੇ ਨਾਲ, ਸ਼ਬਦ ਨਾਲ ਜੋੜ ਕੇ ਚੱਲੋ, ਕਿਉਂਕਿ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸੁਰਤ ਨੂੰ ਚੇਲਾ ਤੇ ਸ਼ਬਦ ਨੂੰ ਗੁਰੂ ਬਣਾ ਕੇ ਚੱਲੋਗੇ ਤਾਂ ਤੁਸੀਂ ਵੀ ਇਸ ਮੁਕਾਮ ਤੇ ਪਹੁੰਚ ਜਾਓਗੇ। ਜਿਸ ਦਿਨ ਇਸ ਮੁਕਾਮ ਤੇ ਪਹੁੰਚੋਗੇ ਉਸ ਦਿਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਸਾਡਾ ਤੁਹਾਡਾ ਬਣ ਜਾਏਗਾ। ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਸਾਨੂੰ ਸਮਝ ਆ ਗਈ, ਅਸੀਂ ਭਾਵੇਂ ਸ਼ਹਿਰ ਵਿੱਚ ਰਹੀਏ, ਭਾਵੇਂ ਪਿੰਡ ਵਿੱਚ ਰਹੀਏ, ਜਿੱਥੇ ਵੀ ਰਹੀਏ, ਬਸ ਤੁਹਾਡੇ ਦਰ ਨਾਲ, ਘਰ ਨਾਲ ਜੁੜੇ ਰਹੀਏ, ਕਿਉਂਕਿ ਸਾਨੂੰ ਸਮਝ ਆ ਗਈ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੈ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੈ। ਉਸ ਪਰਮੇਸ਼ਵਰ ਨਾਲ ਸਾਡਾ ਕਿਤੇ ਮੇਲ ਇਸ ਜਨਮ ਵਿੱਚ ਹੋ ਜਾਏ, ਉਹਦੇ ਲਈ ਸੰਗਤ ਵੀ ਜ਼ਰੂਰੀ, ਬਾਣੀ ਵੀ ਜ਼ਰੂਰੀ ਹੈ, ਸਿਮਰਨ ਵੀ ਜ਼ਰੂਰੀ ਹੈ। ਤੇ ਅੱਜ ਜਿਸ ਮਾਹੌਲ ਚੋਂ ਆਪਾਂ ਲੰਘ ਰਹੇ ਹਾਂ, ਸੰਗਤ ਵਿੱਚ ਆਉਣਾ ਭਾਵੇਂ ਔਖਾ ਲੱਗਦਾ ਹੈ, ਪਰ ਇਸ ਮੀਡੀਆ ਨੇ ਸਾਡੇ ਲਈ ਸੁਖਾਲਾ ਕਰ ਦਿੱਤਾ। ਅਸੀਂ ਘਰ ਵਿੱਚ ਬੈਠ ਕੇ ਵੀ ਗੁਰਬਾਣੀ ਦਾ ਤੇ ਸੰਗਤ ਦਾ ਲਾਹਾ ਜਿਹੜਾ ਉਹ ਪ੍ਰਾਪਤ ਕਰ ਸਕਦੇ ਹਾਂ। ਜੋ ਸਵੇਰੇ ਸ਼ਾਮ ਸਿਮਰਨ ਚੱਲਦੇ ਨੇ ਇਸ ਸਥਾਨ ਤੋਂ, ਉਹਦੇ ਵਿੱਚ ਵੀ ਜੁੜ ਕੇ ਅਸੀਂ ਲਾਹਾ, ਕਿਉਂਕਿ ਜੁੜਨਾ ਸੁਰਤ ਨਾਲ ਹੈ, ਤੇ ਸੁਰਤ ਨਾਲ, ਇਸ ਮੀਡੀਆ ਨਾਲ ਜੁੜ ਕੇ ਅਸੀਂ ਲਾਹਾ ਪ੍ਰਾਪਤ ਕਰ ਸਕਦੇ ਹਾਂ। ਜਿੱਥੇ ਸਿਮਰਨ ਦੇ ਪ੍ਰਵਾਹ ਚੱਲਦੇ ਨੇ, ਉੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਅਸਥਾਨ ਤੋਂ ਲੋੜਵੰਦਾਂ ਵਾਸਤੇ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਵੀ ਜਿਹੜੇ ਨੇ ਉਹ ਚੱਲ ਰਹੇ। ਸਤਿਗੁਰੂ ਮਹਾਰਾਜ ਜੀ ਬਰਕਤਾਂ ਪਾਉਣ, ਇਸੇ ਤਰ੍ਹਾਂ ਗੁਰੂ ਘਰ ਤੋਂ ਸੇਵਾਵਾਂ ਚੱਲਦੀਆਂ ਰਹਿਣ। ਅਰਦਾਸ ਵੀ ਹੋ ਰਹੀ ਹੈ ਕਿ ਮਹਾਰਾਜ ਜੀ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਸਾਰੇ ਜੀਆਂ ਦੀ ਸੰਭਾਲ ਕਰਕੇ ਮੇਰੇ ਮਾਲਕਾ ਆਪਣੀ ਮਿਹਰ ਕਰ, ਤਾਂ ਕਿ ਇਹ ਸੰਕਟ ਦੀ ਘੜੀ ਵਿੱਚੋਂ ਹਰ ਕੋਈ ਨਿਕਲ ਕੇ ਗੁਰੂ ਚਰਨਾਂ 'ਚ ਸੰਗਤ ਵਿੱਚ ਆ ਕੇ ਨਾਮ ਦਾ ਲਾਹਾ ਪ੍ਰਾਪਤ ਕਰ ਸਕੇ। ਤੋ ਖੈਰ, ਅੱਜ ਦੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਕਬੀਰ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਨ ਕੇ ਕਾਟ, ਤਹਾ ਕਬੀਰ ਮਟ ਕੀਆ, ਖੋਜਤ ਮੁਨ ਜਨ ਬਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿ ਗੁਰ ਪ੍ਰਸਾਦ। ਆਨੰਦ ਭਇਆ